major version of Windows XP was released 25 2001. ठीक है, 2001 range which Microsoft promised would provide better performance over its DOS-based predecessor. ठीक है, DOS ਇਹਦੇ ਵਿੱਚ ਵੀ ਹੈ, ਲੇਕਿਨ ਅਪ੍ਰੈਲ 2003 ਦੇ ਵਿੱਚ ਇਹਦਾ ਨਵਾਂ Windows Server ਆਇਆ, Windows Server 2003. ठीक है, ਦਸੰਬਰ ਦੇ ਵਿੱਚ 2005 ਆਇਆ Windows Server. Windows XP ਤੋਂ ਬਾਅਦ ਆਈਆਂ Windows. ਇਹ ਸਰਵਰ ਵਿੰਡੋ ਸੀਗੀਆਂ, ਇਹ ਵੀ ਮੈਂ ਤੁਹਾਨੂੰ ਪਹਿਲੇ ਦੱਸੀਆਂ ਸੀ. ਸਰਵਰ ਵਿੰਡੋ ਕੁਝ ਫੰਕਸ਼ਨ ਉਹਦੇ ਜਿਹੜੇ ਆ ਬੜੇ ਜ਼ਿਆਦਾ ਪ੍ਰੋਫੈਸ਼ਨਲ ਫੰਕਸ਼ਨ ਹੁੰਦੇ ਆ ਨੈਟਵਰਕਿੰਗ ਪਰਪਸ ਦੇ ਲਈ. ਠੀਕ ਹੈ, ਇਸ ਕਰਕੇ ਇਹਨੂੰ ਸਰਵਰ ਵਿੰਡੋ ਕਿਹਾ ਜਾਂਦਾ. ਠੀਕ ਹੈ, ਇਹ ਵੀ ਵਿੰਡੋਜ਼ ਹੈ, ਆਪਰੇਟਿੰਗ ਸਿਸਟਮ ਹੈ ਵਿੰਡੋ ਦਾ, ਲੇਕਿਨ ਇਹ ਸਰਵਰ ਆਪਰੇਟਿੰਗ ਸਿਸਟਮ ਹੈ. ਠੀਕ ਹੈ, ਸੋ 2003 ਤੇ 2005 ਜਿਹੜਾ ਸਰਵਰ ਵਿੰਡੋ ਜਿਹੜਾ XP ਦੇ ਅੰਦਰ ਹੀ ਆਇਆ. ਨੈਕਸਟ ਜਿਹੜਾ XP ਤੋਂ ਬਾਅਦ ਜਿਹੜਾ ਆਪਰੇਟਿੰਗ ਸਿਸਟਮ ਆਇਆ ਉਹ ਆਇਆ ਵਿੰਡੋ ਵਿਸਤਾ. ਠੀਕ ਹੈ, ਵਿੰਡੋ ਵਿਸਤਾ ਆਪਰੇਟਿੰਗ ਸਿਸਟਮ ਪਹਿਲੇ ਵੀ ਮੈਂ ਥੋੜੀ ਜੀ ਗੱਲ ਕੀਤੀ ਸੀ ਕਿ ਇਹ ਕੀ ਸਿਕਿਉਰਿਟੀ ਬੜੀ ਅੱਛੀ ਸੀ, ਇਹਦਾ ਸਿਕਿਉਰਿਟੀ ਫੀਚਰ ਬੜਾ ਪਪੂਲਰ. ਠੀਕ ਹੈ, ਸੋ after lengthy development process Windows Vista was released on November 30 2006. ਠੀਕ ਹੈ, 2006 ਦੇ ਵਿੱਚ Windows Vista ਜਿਹੜਾ ਵਰਜ਼ਨ ਆਇਆ. ਠੀਕ ਹੈ, ਇਹਦੇ ਵਿੱਚ ਟੈਕਨੀਕਲ ਚੇਂजेस ਕੀਤੀਆਂ, ਕੁਝ ਸਿਕਿਉਰਿਟੀ ਜ਼ਿਆਦਾ ਵਧਾਈ ਇਹਨਾਂ ਨੇ. ਮਤਲਬ ਜਦੋਂ ਤੁਸੀਂ ਸਰਵਰ ਦੇ ਵਿੱਚ ਇਹਨੂੰ ਯੂਜ਼ ਕਰਦੇ ਪਿਓ, ਠੀਕ ਹੈ, ਤਾਂ ਸਰਵਰ ਦੇ ਵਿੱਚ ਸਿਕਿਉਰਿਟੀ ਸਾਨੂੰ ਚਾਹੀਦੀ ਹੁੰਦੀ ਹੈ, ਕਲਾਇੰਟਸ ਤੇ ਪੂਰਾ ਕੰਟਰੋਲ ਚਾਹੀਦਾ ਹੁੰਦਾ, ਅਨਅਥੋਰਾਈਜ਼ਡ ਯੂਜ਼ਰ ਨੂੰ ਬੈਨ ਕਰਨਾ ਹੁੰਦਾ, ਅਨਅਥੋਰਾਈਜ਼ਡ ਯੂਜ਼ਰ ਤੁਹਾਡੇ ਸਿਸਟਮ ਨੂੰ ਨਾ ਦੇਖ ਸਕੇ. ਠੀਕ ਹੈ, ਸੋ ਉਹਨਾਂ ਨੂੰ ਰੋਕਣ ਦੇ ਲਈ ਕਾਫੀ ਪਪੂਲਰ ਸਿਕਿਉਰਿਟੀ ਫੀਚਰ ਸੀਗੇ ਵਿੰਡੋ ਵਿਸਤਾ ਦੇ ਵਿੱਚ. ਨੈਕਸਟ ਜਿਹੜਾ ਵਿੰਡੋ 7. ਠੀਕ ਹੈ, ਵਿੰਡੋ 7 ਕਾਫੀ ਪਪੂਲਰ ਸੀਗਾ ਵੀ. ਵਿੰਡੋ ਸਰਵਰ 2008 R2 were released RTM. ਸੋ ਵਿੰਡੋ 7 ਦੀ ਗੱਲ ਕਰਦੇ ਹਾਂ. Windows 7's new feature advance in touch and handwriting recognition. ठीक है, जो कि आजकल दे समय दे हिसाब नाल Windows 7 टच पैनल ਜਾਂ ਉਹਨੂੰ ਟੱਚ ਕਰਕੇ ਆਪਾਂ ਆਪਰੇਟ ਕਰ ਸਕਦੇ ਸੀ. ਠੀਕ ਹੈ, ਜਿਵੇਂ ਕਿ ਮੋਬਾਈਲ ਫੋਨ ਦੇ ਵਿੱਚ. ਠੀਕ ਹੈ, ਸੋ ਟੱਚ ਕਰਕੇ ਵੀ ਉਹਨੂੰ ਆਪਾਂ ਉਹਦੀ ਸਲਾਈਡਸ, ਉਹਦੇ ਜਿਹੜੇ ਫੀਚਰਸ ਆ ਉਹਨਾਂ ਨੂੰ ਚਲਾ ਸਕਦੇ ਸੀ. ਠੀਕ ਹੈ, ਸਪੋਰਟ ਵਰਚੁਅਲ ਹਾਰਡ ਡਿਸਕ ਨੂੰ ਸਪੋਰਟ ਕਰਦਾ ਹੀ ਹੈ. ਠੀਕ ਹੈ, improved performance on multi core मतलब ਇਹਦੇ ਨਾਲ ਸਾਡੇ ਕੋਲ ਜਿਹੜੇ ਉਸ ਟਾਈਮ ਪ੍ਰੋਸੈਸਰ ਆ ਰਹੇ ਸੀ ਉਹ ਮਲਟੀ ਕੋਰ ਸੀਗੇ. ਠੀਕ ਹੈ, ਡਿਊਲ ਕੋਰ ਹੋ ਗਿਆ, ਮਲਟੀ ਕੋਰ ਹੋ ਗਿਆ. ਠੀਕ ਹੈ, ਇਹ ਸਾਰੇ ਕੀ ਹੈ, ਸਾਡੇ ਸਿਸਟਮ ਦੀ ਸਪੀਡ ਨੂੰ ਵਧਾਉਂਦੇ ਆ. ਠੀਕ ਹੈ, ਇਸ ਕਰਕੇ ਇਹਨਾਂ ਨੂੰ ਮਲਟੀ ਕੋਰ ਕਿਹਾ ਗਿਆ. ਇਸ ਸਿਸਟਮ ਦੀ ਸਪੀਡ ਨੂੰ ਬਹੁਤ ਵਧੀਆ ਇੰਪਰੂਵ ਕਰ ਦਿੰਦੇ ਆ. ਠੀਕ ਹੈ, ਇੰਪਰੂਵਡ ਬੂਟ ਪਰਫਾਰਮੈਂਸ ਮਤਲਬ ਸਟਾਰਟਿੰਗ 'ਚ ਜਿਹੜਾ ਤੁਹਾਡਾ ਆਪਰੇਟਿੰਗ ਸਿਸਟਮ ਹੈ ਬੜੀ ਜਲਦੀ ਨਾਲ ਰਨ ਹੁੰਦਾ. ਜਦੋਂ ਤੁਸੀਂ ਇੱਕ ਵਾਰੀ ਕੰਪਿਊਟਰ ਔਨ ਕਰ ਦਿੰਦੇ ਹੋ ਤਾਂ ਇਹ ਜਲਦੀ ਨਾਲ ਕੈਚ ਕਰ ਲੈਂਦਾ, ਤੁਹਾਡੀ ਮੈਮਰੀ 'ਚ ਜਲਦੀ ਕਾਪੀ ਹੋ ਜਾਂਦਾ. ਡਾਇਰੈਕਟ ਐਕਸੈਸ ਬਿਨਾ ਮੈਮਰੀ ਕੋਲ ਗਏ ਡਾਇਰੈਕਟਲੀ ਐਕਸੈਸ ਕਰਦਾ ਸਿਸਟਮ ਨੂੰ. ਠੀਕ ਹੈ, ਸੋ ਕਰਨਲ ਇੰਪਰੂਵਮੈਂਟ, ਇਹਦੇ ਵਿੱਚ ਕਾਫੀ ਇੰਪਰੂਵਮੈਂਟਸ ਹੈਗੀਆਂ. ਇਹ ਫਾਸਟ ਹੈ Windows 7. ਠੀਕ ਹੈ, ਮੈਨੀ ਨਿਊ ਆਈਟਮਸ ਹੈਵ ਬੀਨ ਐਡਡ ਇਨ ਕੰਟਰੋਲ ਪੈਨਲ ਇਨਕਲੂਡਿੰਗ ਕਲੀਅਰ ਟਾਈਪ, टेक्स्ट ट्यूनर, डिस्प्ले कलर कैलिब्रेशंस. ठीक है, कुछ गैजेट्स समझते हो, गैजेट्स ਹੁੰਦੇ ਆ ਕਿ ਨਵੀਆਂ ਜਿਹੜੀਆਂ ਸੌਫਟਵੇਅਰ ਐਪਲੀਕੇਸ਼ਨਸ. ਠੀਕ ਹੈ, ਜਿੱਦਾਂ ਕਿ ਕੋਈ ਕਲੌਕ, ਨਵੀਂ ਕਲੌਕ ਜਿਹੜੀ ਆਪਣੇ ਆਪ ਚੱਲੇ. ਠੀਕ ਹੈ, ਜਾਂ ਕੋਈ ਇਦਾਂ ਦੀ ਅੱਜਕੱਲ ਜਿੱਦਾਂ ਆ ਰਹੇ ਆ, ਮੰਨ ਲਓ ਕੈਲੰਡਰਸ ਵਗੈਰਾ ਆ ਰਹੇ ਆ, ਉਹਦੇ ਵਿੱਚ ਉਹਨਾਂ ਕੈਲੰਡਰ ਦੇ ਵਿੱਚ ਕੀ ਪਤਾ ਲੱਗ ਜਾਂਦਾ ਕਿ ਕਿਹੜੇ ਤਿਉਹਾਰ ਆਉਂਦੇ ਪਏ ਆ. ਠੀਕ ਹੈ, ਕਿਹੜੀ ਤਰੀਕ ਤੇ ਤੁਸੀਂ ਕੋਈ ਰਿਮਾਈਂਡਰ ਲਗਾਉਣਾ ਤੇ ਰਿਮਾਈਂਡਰ ਲਗਾ ਸਕਦੇ ਹੋ. ਠੀਕ ਹੈ, ਕੋਈ ਦਿਨ ਤੁਹਾਡਾ ਮੰਨ ਲਓ ਬਰਥਡੇ ਹੈ, ਉਸ ਬਰਥਡੇ ਤੇ ਤੁਸੀਂ ਕੋਈ ਰਿਮਾਈਂਡਰ ਲਗਾਉਣਾ. ਠੀਕ ਹੈ, ਉਹ ਸਾਰੇ ਚੀਜ਼ਾਂ ਜਿਹੜੀਆਂ ਤੁਸੀਂ Windows 7 ਦੇ ਵਿੱਚ ਕਰ ਸਕਦੇ ਸੀ. ਠੀਕ ਹੈ, ਇਹਨਾਂ ਨੂੰ ਕਹਿੰਦੇ ਗੈਜਟਸ, ਨਵੇਂ ਐਪਲੀਕੇਸ਼ਨਾਂ. ਠੀਕ ਹੈ, ਸੋ ਰਿਕਵਰੀ ਵੀ ਕਰ ਸਕਦੇ ਹੋ. ਜਿੱਦਾਂ ਕਿ ਕੋਈ ਮੰਨ ਲਓ ਸਾਡੇ ਸਿਸਟਮ 'ਚ ਖਰਾਬੀ ਆ ਗਈ, ਅਸੀਂ ਉਸ ਆਪਣੇ ਸਿਸਟਮ ਦਾ 1 ਮਹੀਨੇ ਪਹਿਲਾਂ ਬੈਕਅਪ ਲੈ ਕੇ ਰੱਖਿਆ ਹੋਇਆ. ਠੀਕ ਹੈ, ਸੋ ਉਹ ਬੈਕਅਪ ਨੂੰ ਅਸੀਂ ਦੁਬਾਰਾ ਕਾਪੀ ਕਰ ਸਕਦੇ ਹਾਂ ਯੂਜ਼ਿੰਗ ਰਿਕਵਰੀ. ਠੀਕ ਹੈ, ਉਹ Windows 7 ਦੇ ਵਿੱਚ ਪੋਸੀਬਲ ਹੈ. ਉਹਦੇ ਬਾਅਦ ਟਰਬਲ ਸ਼ੂਟਿੰਗ ਕਰਨਾ, ਕੋਈ ਵੀ ਖਰਾਬੀ ਆ ਗਈ ਹੈ. ਠੀਕ ਹੈ, ਕੋਈ ਵੀ ਸਿਸਟਮ ਦੇ ਵਿੱਚ ਹੈਂਗ ਹੋ ਗਿਆ ਸਿਸਟਮ, ਤਾਂ ਅਸੀਂ ਉਹਨੂੰ ਟਰਬਲ ਸ਼ੂਟ ਕਰ ਸਕਦੇ ਹਾਂ. ਟਰਬਲ ਸ਼ੂਟ ਹੁੰਦਾ ਕੋਈ ਵੀ ਐਰਰਸ, ਕੋਈ ਵੀ ਖਰਾਬੀ, ਉਹਨੂੰ ਦੇਖਣਾ ਕਿ ਖਰਾਬੀ ਕਿੱਥੇ ਆਈ ਹੈ, ਟਰਬਲ ਨੂੰ ਸ਼ੂਟ ਕਰਨਾ, ਫਾਈਂਡ ਆਊਟ ਕਰਨਾ, ਟਰੇਸ ਕਰਨਾ. ਠੀਕ ਹੈ, ਸੋ ਵਰਕ ਸਪੇਸ ਸੈਂਟਰ, ਇਹ ਸਾਰੇ ਚੀਜ਼ਾਂ ਜਿਹੜੀਆਂ Windows 7 ਦੇ ਵਿੱਚ ਨਵੀਆਂ ਆਈਆਂ. ਠੀਕ ਹੈ, ਵਰਕ ਸਪੇਸ ਸੈਂਟਰ ਹੈਗਾ, ਲੋਕੇਸ਼ਨ
ਲੋਕੇਸ਼ਨ ਮਤਲਬ ਮੰਨ ਲਓ ਪਠਾਨਕੋਟ, ਗੁਰਦਾਸਪੁਰ, ਚੰਡੀਗੜ੍ਹ, ਕਿਤੇ ਵੀ ਤੁਸੀਂ ਬੈਠੇ ਹੋ, ਠੀਕ ਹੈ, ਤੁਹਾਡੀ ਆਟੋਮੈਟਿਕਲੀ ਉਹ ਲੋਕੇਸ਼ਨ ਟਰੇਸ ਕਰੇਗਾ ਜੇਕਰ ਤੁਸੀਂ ਨੈਟ ਔਨ ਕੀਤਾ ਹੋਇਆ, ਠੀਕ ਹੈ ਨਾ। ਅੱਜ ਕੱਲ ਜਿੱਦਾਂ ਤੁਸੀਂ ਮੋਬਾਈਲ ਤੇ ਤੁਸੀਂ ਦੇਖਦੇ ਹੋ ਨਾ ਲੋਕੇਸ਼ਨ ਟਰੇਸ ਜਿਹੜੀ ਸ਼ੁਰੂ ਹੋਈ ਵਿੰਡੋ 7 ਤੋਂ ਸ਼ੁਰੂ ਹੋਈ, ਠੀਕ ਹੈ। ਵਿੰਡੋ 7 ਤੋਂ ਸਾਨੂੰ ਲੋਕੇਸ਼ਨ ਟਰੇਸ ਕਰਨਾ ਆ ਗਿਆ, ਵਿੰਡੋ 7 ਨੇ ਦਿੱਤਾ, ਠੀਕ ਹੈ। ਐਂਡ ਅਦਰ ਸੈਂਸਰਸ ਹੋਰ ਵੀ ਕਾਫੀ ਸੈਂਸਰ ਸੀਗੇ, ਜਿਵੇਂ ਕਿ ਕੋਈ ਵੈਦਰ ਫੋਰਕਾਸਟਿੰਗ ਦੇਖਣਾ ਕਿ ਕੱਲ ਨੂੰ ਕੀ ਟੈਂਪਰੇਚਰ ਹੋਏਗਾ, ਬਾਰਿਸ਼ ਆਏਗੀ ਕਿ ਨਹੀਂ ਆਏਗੀ, 3-4 ਦਿਨ ਦੇ ਮੌਸਮ ਕਿੱਦਾਂ ਦਾ ਰਹੇਗਾ, ਇਹ ਸਾਰੀਆਂ ਚੀਜ਼ਾਂ ਜਿਹੜਾ ਵਿੰਡੋ 7 ਤੋਂ ਸ਼ੁਰੂ ਹੋ ਗਈਆਂ। ਕ੍ਰੈਡੈਂਸ਼ੀਅਲ ਮੈਨੇਜਰ, ਉਹਦੇ ਬਾਅਦ ਬਾਇਓਮੈਟ੍ਰਿਕ ਡਿਵਾਈਸ। ਹੁਣ ਬਾਇਓਮੈਟ੍ਰਿਕ ਡਿਵਾਈਸਿਸ ਅੱਜ ਕੱਲ ਕਿੰਨੀ ਜ਼ਿਆਦਾ ਪਪੂਲਰ ਹੈ। ਜਦੋਂ ਵੀ ਤੁਸੀਂ ਕਿਸੇ ਫੈਕਟਰੀ 'ਚ ਕੰਮ ਕਰੋਗੇ, ਕੰਪਨੀ 'ਚ ਕੰਮ ਕਰੋਗੇ, ਠੀਕ ਹੈ, ਉੱਥੇ ਤੁਸੀਂ ਬਾਇਓਮੈਟ੍ਰਿਕ ਡਿਵਾਈਸਿਸ ਦੇਖੋਗੇ ਜਿਹਦੇ ਵਿੱਚ ਤੁਹਾਡੀ ਅਟੈਂਡੈਂਸ ਲੱਗਦੀ ਹੈ, ਠੀਕ ਹੈ। ਉਹ ਡਿਵਾਈਸਿਸ ਵੀ ਵਿੰਡੋ 7 ਦੇ ਵਿੱਚ ਚੱਲ ਸਕਦੀਆਂ ਨੇ, ਠੀਕ ਹੈ। ਸੋ ਵਿੰਡੋ 7 ਤੋਂ ਪਹਿਲਾਂ XP ਦੇ ਵਿੱਚ ਪਪੂਲਰ ਨਹੀਂ ਸੀ, ਪੋਸੀਬਲ ਨਹੀਂ ਸੀ, ਠੀਕ ਹੈ। ਸੋ ਵਿੰਡੋ 7 ਦੇ ਵਿੱਚ ਬਾਇਓਮੈਟ੍ਰਿਕ ਸਿਸਟਮ, ਬਾਇਓਮੈਟ੍ਰਿਕ ਡਿਵਾਈਸਿਸ ਆ ਗਈਆਂ, ਸਿਸਟਮ ਆਈਕਨਸ ਚੇਂਜ ਹੋ ਗਏ, ਡਿਸਪਲੇ ਚੇਂਜ ਹੋ ਗਈ, ਠੀਕ ਹੈ। ਇਹ ਸਾਰਾ ਕੁਝ ਵਿੰਡੋ 7 ਦੇ ਵਿੱਚ ਹੈ। The taskbar has seen the biggest visual changes। ਹੋਰ ਵੀ ਕਾਫੀ ਕੁਝ ਚੇਂਜ ਜੋ ਕੀਤਾ, ਕੁਇਕ ਲਾਂਚ ਟੂਲ ਬਾਰ ਆਇਆ, ਠੀਕ ਹੈ। ਨਵੇਂ ਫੀਚਰਸ ਜਿਹੜੇ ਕਿ ਵਿੰਡੋ 7 ਦੇ ਵਿੱਚ ਹੋਰ ਵੀ ਆਏ। ਤਾਂ ਲਾਸਟ ਹੀ ਗੱਲ ਕਰੀਏ ਕਿ ਵਿੰਡੋ 7 ਇੰਨੀ ਜ਼ਿਆਦਾ ਪਪੂਲਰ ਹੋਈ ਕਿ ਵਿੰਡੋ ਵਿਸਤਾ ਤੋਂ ਬਾਅਦ ਵਿੰਡੋ 7 ਦਾ ਜਿਹੜਾ ਰੇਟਿੰਗ ਹੈ, ਠੀਕ ਹੈ, ਉਹਨਾਂ ਦੀ ਰੇਟਿੰਗ ਵਿੰਡੋਜ਼ ਜਿਹੜਾ ਮਾਈਕਰੋਸਾਫਟ ਆਪਰੇਟਿੰਗ ਸਿਸਟਮ ਹੈ, ਉਹਨਾਂ ਦੀ ਰੇਟਿੰਗ ਦੇ ਹਿਸਾਬ ਨਾਲ 5 ਸਟਾਰ ਦੇ ਵਿੱਚੋਂ 4.5 ਸਟਾਰ ਇਹਨੂੰ ਮਿਲੇ ਆ, ਠੀਕ ਹੈ। ਸੋ ਵਿਸਤਾ ਸ਼ੁੱਡ ਹੈਵ ਬੀਨ ਇਟ ਵੇਅਰ ਮਾਈਕਰੋਸਾਫਟ ਨੀਡਡ ਟੂ ਗੋ, ਤੇ PC ਮੈਗਜ਼ੀਨ ਦੇ ਵਿੱਚ 4 ਰੇਟ ਆਇਆ ਇਹਦਾ 5 ਦੇ ਵਿੱਚੋਂ, ਠੀਕ ਹੈ। ਸੋ ਬਿਗ ਇੰਪਰੂਵਮੈਂਟ ਓਵਰ ਵਿੰਡੋ ਵਿਸਤਾ ਨੂੰ ਹੀ ਇੰਪਰੂਵ ਕਰਕੇ ਵਿੰਡੋ 7 ਨੇ ਨਵੀਆਂ ਕੁਝ ਫੀਚਰਸ ਪਾ ਕੇ ਕਾਫੀ ਪਪੂਲਰ ਆਪਰੇਟਿੰਗ ਸਿਸਟਮ ਤਿਆਰ ਕੀਤਾ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿੰਡੋ 8 ਦੀ, ਠੀਕ ਹੈ। ਸੋ ਵਿੰਡੋ 8 ਜਿਹੜੀ ਹੈ ਉਹਦਾ ਮੇਨ ਮੈਂ ਤੁਹਾਨੂੰ ਦੱਸਦਾ, ਵਿੰਡੋ 8 ਜਿਹੜੀ ਹੈ ਉਹਦੇ ਤੋਂ ਸਾਡਾ ਵਿੰਡੋਜ਼ ਆਪਰੇਟਿੰਗ ਸਿਸਟਮ ਜਿਹੜਾ ਮੋਬਾਈਲ 'ਚ ਆਉਣਾ ਵੀ ਸ਼ੁਰੂ ਹੋ ਗਿਆ, ਠੀਕ ਹੈ। ਪਹਿਲੇ ਤੱਕ ਉਹ ਸਿਰਫ ਕੰਪਿਊਟਰ 'ਚ ਗੱਲ ਕਰਦਾ ਸੀ, ਠੀਕ ਹੈ, ਇੰਬੈਡਡ ਸਿਸਟਮ ਤੇ ਗੱਲ ਕਰਦਾ ਸੀ। ਪਰ ਵਿੰਡੋ 8 ਦੇ ਵਿੱਚ ਉਹ ਕੀ ਹੋ ਗਿਆ, ਵਿੰਡੋ 8.1 ਵਰਜ਼ਨ ਜਿਹੜਾ ਉਹ ਤੁਹਾਡੇ ਮੋਬਾਈਲ ਤੇ ਵੀ ਚੱਲਣਾ ਸ਼ੁਰੂ ਹੋ ਗਿਆ, ਠੀਕ ਹੈ। ਸੋ ਵਿੰਡੋ 8 ਦਾ ਸਕਸੈਸਰ ਟੂ ਵਿੰਡੋ 7 ਵਿੰਡੋ 7 ਦੇ ਬਾਅਦ ਆਇਆ ਹੈ, ਠੀਕ ਹੈ। ਰਿਲੀਜ਼ ਹੋਇਆ 2012 ਦੇ ਵਿੱਚ। ਕਈ ਸਿਗਨੀਫੀਕੈਂਟ, ਕਈ ਮਹੱਤਵਪੂਰਨ ਚੇਂਜਸ ਆਈਆਂ ਦੇ ਵਿੱਚ ਵਿੰਡੋ 8 ਦੇ ਵਿੱਚ, ਠੀਕ ਹੈ। ਇੰਟਰੋਡਿਊਸ ਯੂਜ਼ਰ ਇੰਟਰਫੇਸ, ਵਧੀਆ ਯੂਜ਼ਰ ਇੰਟਰਫੇਸ ਮਤਲਬ HD ਪਰਫਾਰਮੈਂਸ, ਮਾਈਕਰੋਸਾਫਟ ਮੈਟਰੋ ਡਿਜ਼ਾਈਨ ਲੈਂਗੁਏਜ ਹੁੰਦਾ ਕਿ ਜਿਹਨੂੰ ਤੁਸੀਂ ਟੱਚ ਕਰਕੇ ਅੱਗੇ ਪਿੱਛੇ ਕਰ ਸਕਦੇ ਹੋ, ਠੀਕ ਹੈ। ਜਿੰਨੀਆਂ ਸਾਹਮਣੇ ਤੁਹਾਡੇ ਜੋ ਵੀ ਵਿਊ ਲੱਭਦਾ ਪਿਆ ਉਹਨੂੰ ਤੁਸੀਂ ਟੱਚ ਕਰਕੇ ਅੱਗੇ ਪਿੱਛੇ, ਜੇਕਰ ਤੁਸੀਂ ਟੱਚ ਪੈਨਲ ਤੁਹਾਡੇ ਕੋਲ ਹੈਗਾ ਜਾਂ ਤੁਸੀਂ ਮੋਬਾਈਲ ਤੇ ਹੋ, ਠੀਕ ਹੈ। ਸੋ ਟੱਚ ਬੇਸਡ ਡਿਵਾਈਸਸ ਜਿੱਦਾਂ ਕਿ ਟੈਬਲੇਟਸ ਹੋ ਗਏ, ਮੋਬਾਈਲ ਹੋ ਗਏ, ਉਹਦੇ ਵਿੱਚ ਬੜਾ ਪਪੂਲਰ ਹੋ ਗਿਆ ਵਿੰਡੋ 8, ਠੀਕ ਹੈ। ਐਨ ਅਪਡੇਟ ਟੂ ਵਿੰਡੋ 8 ਕਾਲਡ ਵਿੰਡੋ 8.1 was released on October 17, 2013, ਠੀਕ ਹੈ। 2013 ਨੂੰ 8.1 ਵਰਜ਼ਨ ਮਤਲਬ 8 ਦਾ ਨਵਾਂ ਵਰਜ਼ਨ 8.1 ਆਇਆ। ਇਹਦੇ ਵਿੱਚ ਕਾਫੀ ਕੁਝ ਚੇਂਜ ਸੀਗਾ, ਡੀਪਰ ਸਕਾਈ ਡਰਾਈਵ ਇੰਟੀਗ੍ਰੇਸ਼ਨ, ਰਿਟਰਨ ਆਫ ਦਾ ਟ੍ਰੈਡੀਸ਼ਨਲ ਸਟਾਰਟ ਬਟਨ ਐਂਡ ਮੈਨੀ ਅਦਰ ਰਿਵੀਜ਼ਨਸ, ਠੀਕ ਹੈ। ਸੋ ਅੱਗੇ ਗੱਲ ਕਰਦੇ ਹਾਂ ਵਿੰਡੋ 10 ਜਿਹੜੀ ਕਿ ਅੱਜ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਔਰ ਇਹ ਬੜੀ ਹੀ ਈਜ਼ੀਲੀ ਇਹਨੂੰ ਆਪਰੇਟ ਕਰ ਸਕਦੇ ਹਾਂ ਔਰ ਇਹਦਾ ਵਿਊ ਬੜਾ ਅੱਛਾ ਹੈ। ਔਰ ਦੇਖੋ ਇਹ ਮੈਂ ਫੋਟੋ ਤੁਹਾਨੂੰ ਸਾਹਮਣੇ ਦੱਸੀ ਆ, ਇਸ ਫੋਟੋ ਦੇ ਵਿੱਚ ਦੇਖੋ ਇਹਨੇ ਅਪਡੇਟ ਕੀਤਾ ਆਪਣੇ ਆਪ ਨੂੰ, ਅਪਗ੍ਰੇਡ ਕਰਕੇ ਵਿੰਡੋ 7, ਵਿੰਡੋ 8, ਵਿੰਡੋ 8.1, ਇਹਨਾਂ ਸਾਰੀ ਵਿੰਡੋਜ਼ ਜਿੰਨੀਆਂ ਵੀ ਹੈਗੀਆਂ 7, 8, 8.1, ਇਹਨਾਂ ਸਾਰਿਆਂ ਦਾ ਉੱਪਰ ਜਿਹੜਾ ਵਰਜ਼ਨ ਵਿੰਡੋ 10 ਆਇਆ ਔਰ ਇਹਨਾਂ ਤਿੰਨਾਂ ਨੂੰ ਹੀ ਯੂਜ਼ ਕਰਕੇ ਇਹਦੇ ਜਿਹੜੇ ਫੀਚਰ ਸੀਗੇ ਇਹ ਸਾਰੇ ਫੀਚਰ ਵਿੰਡੋ 10 ਦੇ ਵਿੱਚ ਆਉਂਦੇ, ਠੀਕ ਹੈ। ਜੋ ਇਹਨਾਂ ਦੀ ਇਨਵਾਇਰਨਮੈਂਟ ਹੈ, ਠੀਕ ਹੈ, ਜੋ ਇਹਨਾਂ ਦੇ ਫੀਚਰਸ ਹੈ ਉਹਨਾਂ ਨੂੰ ਇਕੱਠੇ ਕਰਤਾ ਤੇ ਵਿੰਡੋ 10 ਦੇ ਵਿੱਚ ਪਾਤਾ, ਠੀਕ ਹੈ। ਸੋ ਵਿੰਡੋ 10 ਸੀਰੀਜ਼ ਆਫ ਆਪਰੇਟਿੰਗ ਸਿਸਟਮ ਡਿਵੈਲਪਡ ਬਾਈ ਮਾਈਕਰੋਸਾਫਟ ਐਂਡ ਰਿਲੀਜ਼ਡ ਐਜ਼ ਪਾਰਟ ਆਫ ਇਟਸ ਵਿੰਡੋਜ਼ NT ਫੈਮਿਲੀ ਆਫ ਆਪਰੇਟਿੰਗ ਸਿਸਟਮ, ਠੀਕ ਹੈ। ਇਹ ਵਿੰਡੋ NT ਦੇ ਵਿੱਚ ਹੀ ਆਉਂਦਾ ਜਿਹੜਾ ਤੁਹਾਨੂੰ ਮੈਂ 3 ਦੱਸੇ ਸੀਗੇ, ਠੀਕ ਹੈ। ਵਿੰਡੋ
NX, विंडो न्यू टेक्नोलॉजी NT, इट इज सक्सेसर टू विंडो 8.1। ठीक है, 8.1 ਜਿਹੜੀ ਵਿੰਡੋ 2015 ਦੇ ਵਿੱਚ ਆਈ 2013 ਦੇ ਵਿੱਚ ਆਈ, ਉਹਦੇ ਉੱਪਰ ਦਾ ਵਰਜ਼ਨ ਜਿਹੜਾ ਠੀਕ ਹੈ 10 ਆਇਆ ਨੀਅਰਲੀ 2 ਈਅਰ अर्ਲੀਅਰ। ਠੀਕ ਹੈ, and was released to manufacturing on July 15 2015। ठीक है, 2015 ਦੇ ਵਿੱਚ ਰਿਲੀਜ਼ ਹੋਇਆ ਵਿੰਡੋ 10 ਔਰ ਜਨਰਲ ਪਬਲਿਕ ਦੇ ਵਿੱਚ 29 ਜੁਲਾਈ 2015 ਨੂੰ ਰਿਲੀਜ਼ ਕਰਤਾ। ਮਾਈਕਰੋਸਾਫਟ ਏਮ ਟੂ ਹੈਵ ਵਿੰਡੋ 10 ਇੰਸਟਾਲਡ ਔਨ ਓਵਰ ਏ ਬਿਲੀਅਨ ਡਿਵਾਈਸਿਸ। ਸੋ ਵਿੰਡੋਜ਼ ਜਿਹੜੀ ਮਾਈਕਰੋਸਾਫਟ ਕੰਪਨੀ ਹੈ ਉਹਦਾ ਏਮ ਸੀਗਾ ਕਿ ਵਿੰਡੋ 10 ਨੂੰ ਇੰਨਾ ਕੁ ਪਪੂਲਰ ਕਰ ਦੋ ਕਿ ਵਿੰਡੋ 10 ਜਿਹੜੀ ਹੈ ਬਿਲੀਅਨ ਡਿਵਾਈਸਿਸ ਦੇ ਵਿੱਚ ਜਿਹੜੀ ਹੈ ਇੰਸਟਾਲ ਹੋ ਜੇ। ਠੀਕ ਹੈ, ਬਿਲੀਅਨ ਡਿਵਾਈਸਿਸ ਮਤਲਬ ਕਰੋੜਾਂ, 100 ਕਰੋੜ ਦਾ ਇੱਕ ਬਿਲੀਅਨ ਹੁੰਦਾ। ਠੀਕ ਹੈ, ਸੋ ਕਰੋੜਾਂ ਡਿਵਾਈਸਿਸ ਦੇ ਵਿੱਚ, ਅਰਬ ਡਿਵਾਈਸ ਦੇ ਵਿੱਚ ਸਾਡੀ ਜਿਹੜੀ ਵਿੰਡੋ ਹੈ ਉਹ ਇੰਸਟਾਲ ਹੋ ਜੇ। ਸੋ ਇਹਨਾਂ ਦਾ ਜਿਹੜਾ ਇਸ ਸੀਗਾ ਟਾਰਗੇਟ ਸੀਗਾ, ਉਹ ਟਾਰਗੇਟ ਮਾਰਚ 2020 ਦੇ ਵਿੱਚ ਪੂਰਾ ਹੋ ਗਿਆ ਵਿੰਡੋਜ਼। ਠੀਕ ਹੈ, ਸੋ ਵਿੰਡੋ 10 ਇਸ ਵੇਲੇ ਕਰੋੜਾਂ ਸਿਸਟਮਾਂ ਦੇ ਵਿੱਚ ਇੰਸਟਾਲ ਹੋਈ ਪਈ ਹੈ। ਠੀਕ ਹੈ, ਕਿਉਂ ਹੋਈ ਹੈ? ਕਿਉਂਕਿ ਇਹ ਪਪੂਲਰ ਹੈ ਔਰ ਇਹ ਜਿੰਨੀਆਂ ਵਿੰਡੋਜ਼ ਪਹਿਲੇ ਆਈਆਂ 7, 8 ਔਰ 8.1 ਇਹਨਾਂ ਸਾਰਿਆਂ ਦਾ ਅਪਗ੍ਰੇਡਡ ਵਰਜ਼ਨ। ਸੋ ਇਸ ਕਰਕੇ ਇਹਦੀਆਂ ਐਡਵਾਂਟੇਜ ਅਸੀਂ ਥੋੜੀਆਂ ਪੜ੍ਹ ਲੈਂਦੇ ਹਾਂ। ਇੰਟਰਸਟਿੰਗ ਐਡਵਾਂਟੇਜ ਇਹਦੀਆਂ ਬਹੁਤ ਜ਼ਿਆਦਾ ਕਿ ਜਿਹੜੀ ਵਿੰਡੋ 10 ਹੈ, ਠੀਕ ਹੈ, ਉਹਦੇ ਵਿੱਚ ਕੀ ਕੀ ਹੈ? ਇਟ ਇਜ਼ ਦ ਲੇਟੈਸਟ ਐਂਡ ਗ੍ਰੇਟੈਸਟ ਅਪਡੇਟ ਆਫ ਆਲ ਦਾ ਵਿੰਡੋ ਐਡੀਸ਼ਨ। ਜਿੰਨੀਆਂ ਵੀ ਹੁਣ ਤੱਕ ਵਿੰਡੋਜ਼ ਆਈਆਂ ਉਹਨਾਂ ਸਾਰਿਆਂ ਦਾ ਲੇਟੈਸਟ ਵਰਜ਼ਨ ਹੈ। ਠੀਕ ਹੈ, ਸੈਕਿੰਡ ਫਰੋਮ ਗੇਮਿੰਗ ਪਰਸਪੈਕਟਿਵ, ਜਿਹੜੇ ਬੱਚੇ ਗੇਮਸ ਖੇਲਦੇ ਆ, ਠੀਕ ਹੈ, ਜਿਹੜੀਆਂ ਕੰਪਨੀਆਂ ਗੇਮ ਤਿਆਰ ਕਰਦੀਆਂ ਉਹਨਾਂ ਦੇ ਲਈ ਇਹ ਪਲੇਟਫਾਰਮ ਜਿਹੜਾ ਵਿੰਡੋ 10 ਦਾ ਬਹੁਤ ਹੀ ਅੱਛਾ ਪਲੇਟਫਾਰਮ। ਠੀਕ ਹੈ, ਜਿੰਨੀਆਂ ਨਵੀਆਂ ਪਬਜੀ, ਜਿੰਨੀਆਂ ਵੀ ਗੇਮਸ ਆ ਰਹੀਆਂ, ਠੀਕ ਹੈ, ਅਲਾਦੀਨ, ਜਿੰਨੀਆਂ ਵੀ ਵਧੀਆ ਵਧੀਆ ਗੇਮਸ ਆ ਜਿਹੜੀਆਂ ਗ੍ਰਾਫਿਕਲੀ ਹੈ, ਠੀਕ ਹੈ, HD ਟਾਈਪ ਦੀਆਂ ਹੈਗੀਆਂ। ਕਿਉਂ ਇਹਦੇ ਵਿੱਚ ਪਪੂਲਰ ਹੈ? ਕਿਉਂਕਿ ਇਹਦੇ ਵਿੱਚ ਦੇਖੋ ਇੱਕ ਫੀਚਰ ਹੈ DirectX 12। ਠੀਕ ਹੈ, ਜਿਹੜੇ ਬੱਚੇ ਗੇਮਸ ਖੇਲਦੇ ਆ ਉਹਨਾਂ ਨੂੰ ਜ਼ਰੂਰ ਪਤਾ ਹੋਏਗਾ ਕਿ DirectX 12 ਜਿਹੜਾ ਸਾਡੇ ਸਿਸਟਮ ਦੇ ਵਿੱਚ ਇੰਸਟਾਲਡ ਹੋਣਾ ਚਾਹੀਦਾ। ਜੇ ਤੁਹਾਡੇ ਸਿਸਟਮ ਦੇ ਵਿੱਚ ਬੇਟਾ ਇੰਸਟਾਲਡ ਨਹੀਂ ਹੈ ਤਾਂ ਇਹਦਾ ਮਤਲਬ ਤੁਸੀਂ ਉਹ ਗੇਮ ਨਹੀਂ ਖੇਲ ਸਕਦੇ, ਨਹੀਂ ਚਲਾ ਸਕਦੇ ਉਸ ਗੇਮ ਨੂੰ। ਸੋ ਇਸ ਗੇਮ ਨੂੰ ਚਲਾਉਣ ਲਈ DirectX ਜਿਹੜਾ ਇਨਬਿਲਟ ਹੈ ਵਿੰਡੋ 10 ਦੇ ਵਿੱਚ। ਠੀਕ ਹੈ, ਵਿੰਡੋ 10 ਦੇ ਵਿੱਚ ਇਸ ਕਰਕੇ ਕੋਈ ਵੀ ਜਿਹੜੀ ਨਵੀਂ ਗੇਮਸ ਹੋਏਗੀ ਉਹ ਕੰਪੈਟੀਬਲ ਹੋਏਗੀ, ਚੱਲ ਪਏਗੀ ਉਹਦੇ ਵਿੱਚ। ਠੀਕ ਹੈ, ਸੋ ਹਾਈ ਫਰੇਮ ਰੇਟਡ ਵਿਦ ਫਿਊਚਰ ਗੇਮਸ, ਅਗਲੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਵੀ ਕੰਪੈਟੀਬਿਲਿਟੀ ਇਹਦੀ 10 ਵਿੰਡੋ ਦੇ ਨਾਲ ਹੋਏਗੀ। ਠੀਕ ਹੈ, ਸੋ ਦਾ user interface has been redesigned so the user of Windows 7 or earlier can be comfortable। so ਜਿਹੜੇ 7 ਜਾਂ 8 ਵਿੰਡੋ ਜਿਹੜੇ ਯੂਜ਼ ਕਰ ਰਹੇ ਆ ਜਿੰਨੇ ਯੂਜ਼ਰ, ਉਹ ਸਾਰੇ ਬੜੇ ਕੰਫਰਟੇਬਲ ਹੈ 10 ਦੇ ਵਿੱਚ। ਕਿਉਂ ਕੰਫਰਟੇਬਲ ਹੈ? ਕਿਉਂਕਿ ਇਹਦਾ ਜਿਹੜਾ ਬੇਟਾ এনवायरमेंट ਹੈਗਾ ਉਹ এনवायरमेंट ਪੂਰਾ ਕੀ ਹੋਏਗਾ? 7 ਦੀ ਤਰ੍ਹਾਂ ਹੋਏਗਾ, 8 ਦੀ ਤਰ੍ਹਾਂ ਹੋਏਗਾ ਜਾਂ 8.1 ਦੀ ਤਰ੍ਹਾਂ ਹੋਏਗਾ। ਤਿੰਨਾਂ ਨੂੰ ਅਪਗ੍ਰੇਡ ਕੀਤਾ ਹੋਇਆ। ਠੀਕ ਹੈ, ਸੋ ਇਹਦਾ এনवायरमेंट ਰਲਦਾ ਮਿਲਦਾ ਉਹਨਾਂ ਨਾਲ ਬੜਾ। ਅੱਗੇ ਗੱਲ ਕਰੀਏ ਤਾਂ ਇਹ ਮੈਟਰੋ ਮਾਡਰਨ ਐਪਸ ਆਰ ਰੀਡਿਜ਼ਾਈਨਡ ਟੂ ਬੀ ਕੰਫਰਟੇਬਲ ਯੂਜ਼ਿੰਗ ਵਿਦ ਮਾਊਸ ਐਂਡ ਕੀਬੋਰਡ। ਠੀਕ ਹੈ, ਮਾਊਸ ਦੀ ਹੈਲਪ ਨਾਲ ਜਾਂ ਕੀਬੋਰਡ ਦੀ ਹੈਲਪ ਨਾਲ ਇਹਦੀ ਜਿਹੜੀ এনवायरमेंट ਹੈ, ਠੀਕ ਹੈ, ਉਹ এনवायरमेंट ਨੂੰ ਆਪਾਂ ਈਜ਼ੀਲੀ ਆਪਰੇਟ ਕਰ ਸਕਦੇ ਹਾਂ। ਠੀਕ ਹੈ, ਔਰ ਇੱਥੋਂ ਤੱਕ ਕਿ ਤੁਸੀਂ ਟੱਚ ਕਰਕੇ ਵੀ ਇਹਨੂੰ ਚਲਾ ਸਕਦੇ ਹੋ। ਜੇਕਰ ਤੁਸੀਂ ਮੰਨ ਲਓ ਇਹਨੂੰ ਮੋਬਾਈਲ ਦੇ ਵਿੱਚ ਯੂਜ਼ ਕਰ ਰਹੇ ਹੋ, ਠੀਕ ਹੈ, ਤਾਂ ਮੋਬਾਈਲ ਵਿੱਚ ਵੀ ਇਹਨੂੰ ਤੁਸੀਂ ਈਜ਼ੀਲੀ ਆਪਰੇਟ ਕਰ ਸਕਦੇ ਹੋ। ਠੀਕ ਹੈ, ਅੱਗੇ ਨੈਕਸਟ ਫੀਚਰ ਇਹਦਾ ਵਿੰਡੋ ਫੋਨ ਯੂਜ਼ਰ ਬੈਟਰ ਇੰਟੀਗ੍ਰੇਸ਼ਨ ਵਿਦ ਦਾ ਆਪਰੇਟਿੰਗ ਸਿਸਟਮ ਲਾਈਕ ਸੀਇੰਗ ਦਾ ਮਿਸਡ ਕਾਲ ਫਰੋਮ ਮੋਬਾਈਲਸ। ਠੀਕ ਹੈ, ਮਤਲਬ ਜਿੱਦਾਂ ਅਸੀਂ ਐਂਡਰੋਇਡ ਫੋਨ ਯੂਜ਼ ਕਰ ਰਹੇ ਹਾਂ ਜਾਂ ਅਸੀਂ ਮੈਕਿਨਟੋਸ਼ ਮਤਲਬ ਐਪਲ ਦਾ ਫੋਨ ਯੂਜ਼ ਕਰ ਰਹੇ ਹਾਂ, ਉਸੇ ਤਰ੍ਹਾਂ ਤੁਸੀਂ ਅਗਰ ਵਿੰਡੋਜ਼ ਦਾ ਫੋਨ ਯੂਜ਼ ਕਰੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਇਹ ਸਾਰੇ ਫੀਚਰ ਮਿਲਣਗੇ। ਉਹਦੇ ਵਿੱਚ ਮਿਸਡ ਕਾਲ ਇਨਫੋਰਮੇਸ਼ਨ, ਸੈਂਡਿੰਗ ਟੈਕਸਟ, ਠੀਕ ਹੈ, ਟੈਕਸਟ ਈਜ਼ੀਲੀ ਭੇਜ ਸਕਦੇ ਹੋ। ਇਹਦਾ ਬੜਾ ਅੱਛਾ ਇਹਦਾ ਇੰਟਰਫੇਸ ਹੈ ਮੋਬਾਈਲ ਫੋਨ ਦੇ ਵਿੱਚ ਵੀ। ਠੀਕ ਹੈ, ਇਸ ਕਰਕੇ ਵਿੰਡੋ ਜਿਹੜੀ 10 ਹੈ ਇਹ ਫੋਨ ਦੇ ਵਿੱਚ ਵੀ ਬੜੀ ਪਪੂਲਰ ਹੋਈ। ਠੀਕ ਹੈ, ਇੱਕ ਹੋਰ ਇਹਦਾ ਬੜਾ ਇੰਪੋਰਟੈਂਟ ਫੀਚਰ ਹੈ ਵਿੰਡੋ 10 ਦਾ, ਉਹ ਹੈ ਕੋਰਟੇਨਾ। ਕੋਰਟੇਨਾ ਇੱਕ ਪਰਸਨਲ ਅਸਿਸਟੈਂਟ ਹੈ। ਪਰਸਨਲ ਅਸਿਸਟੈਂਟ ਦਾ ਕੀ ਕੰਮ ਹੁੰਦਾ? ਜਿਹਨੂੰ ਅਸੀਂ PA ਕਹਿ ਦਿੰਦੇ ਹਾਂ। PA ਜਿਹੜਾ that is a helpful for the operators, the users। ਠੀਕ ਹੈ, ਸੋ ਯੂਜ਼ਰ ਜਿਹੜੇ ਆ ਇਹਦੇ ਤੋਂ ਹੈਲਪ ਲੈ ਸਕਦੇ ਆ। ਆਪਾਂ ਨੂੰ ਕੁਝ ਸਮਝ ਨਹੀਂ ਆ ਰਿਹਾ, ਸਾਨੂੰ ਕੁਝ ਵਿੰਡੋ ਦੇ ਬਾਰੇ ਨਹੀਂ ਪਤਾ ਲੱਗ ਰਿਹਾ ਜਾਂ ਕੋਈ ਵੀ ਐਨੀਥਿੰਗ, ਕੋਈ ਵੀ ਡਾਊਟ ਹੈ, ਉਹ ਅਸੀਂ ਈਜ਼ੀਲੀ ਕੋਰਟੇਨਾ ਜਿਹੜਾ ਇਹਦਾ ਐਪ ਹੈ, ਠੀਕ ਹੈ, ਪਰਸਨਲ ਅਸਿਸਟੈਂਟ ਐਪ,
ਉਹਦੇ ਤੇ ਅਸੀਂ ਹੈਲਪ ਕਰ ਸਕਦੇ ਹਾਂ, ਉਹਦੇ ਹੈਲਪ ਲੈ ਸਕਦੇ ਹਾਂ। ਸ਼ੀ ਕੈਨ ਬੀ ਵੈਰੀ ਯੂਜ਼ਫੁਲ, ਬਹੁਤ ਯੂਜ਼ਫੁਲ ਹੈ। ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਤੁਸੀਂ ਉਹਨੂੰ ਮਤਲਬ ਬੋਲ ਕੇ ਵੀ ਉਹਦੇ ਕੋਲ ਹੈਲਪ ਲੈ ਸਕਦੇ ਹੋ, ਠੀਕ ਹੈ। ਮਾਈਕਰੋਫੋਨ ਦੇ ਨਾਲ ਤੁਸੀਂ ਉਹਨੂੰ ਟੈਕਸਟ ਰਿਕੋਗਨੀਸ਼ਨ, ਉਹ ਤੁਹਾਡੀ ਟੈਕਸਟ ਨੂੰ ਰਿਕੋਗਨਾਈਜ਼ ਵੀ ਕਰ ਲੈਂਦਾ, ਠੀਕ ਹੈ। ਨੈਕਸਟ ਜਰਨਲ ਸਟੇਬਿਲਿਟੀ ਐਂਡ ਪਰਫਾਰਮੈਂਸ, ਇਹਦੇ ਵਿੱਚ ਪਰਫਾਰਮੈਂਸ ਵੱਧ ਹੈ, ਸਟੇਬਿਲਿਟੀ ਹੈ ਅੱਛੀ, ਠੀਕ ਹੈ, ਗ੍ਰੇਟਲੀ ਇਨਕਰੀਜ਼ਡ, ਸੋ ਇਹਨੂੰ ਆਪਰੇਟ ਕਰਨਾ ਬੜਾ ਈਜ਼ੀ ਹੈ, ਸਿਕਿਉਰ ਹੈਗਾ। ਵਿੰਡੋਜ਼ 7 ਯੂਜ਼ਰਸ ਵੁੱਡ ਫੀਲ ਲਾਈਕ ਰਾਈਡਿੰਗ ਫਰਾਰੀ, ਜਿੱਦਾਂ ਜਿਹਨੇ ਵਿੰਡੋਜ਼ 7 ਜਿਹਨੇ ਯੂਜ਼ ਕੀਤੀ ਹੋਏਗੀ, ਜੋ ਵਿੰਡੋ 10 ਯੂਜ਼ ਕਰੇਗਾ ਤਾਂ ਉਹਨੂੰ ਬੜਾ ਇੱਕ ਵਧੀਆ ਫੀਲਿੰਗ ਆਏਗੀ, ਕਿਉਂਕਿ ਉਹਦਾ ਇੱਕ এনवायरमेंट ਬੜਾ ਵਧੀਆ ਹੈ ਔਰ ਬੜੀ ਫਾਸਟ ਆਪਰੇਟ ਹੁੰਦੀ ਹੈ, ਅੱਛੇ ਫੀਚਰਸ ਹੈ, ਠੀਕ ਹੈ। ਗੇਮਸ ਖੇਲ ਸਕਦੇ ਹੋ, ਹਰ ਤਰ੍ਹਾਂ ਨਾਲ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਕਿਸੇ ਵੀ ਵਾਸਤੇ, ਨੈਟਵਰਕਿੰਗ ਪਰਪਸ ਲਈ, ਠੀਕ ਹੈ, ਸਿਕਿਉਰਿਟੀ ਪਰਪਸ ਲਈ, ਮੋਬਾਈਲ ਫੋਨ ਲਈ, ਕਿਸੇ ਵੀ ਚੀਜ਼ ਲਈ। ਸੋ ਵਿਦ ਵਿੰਡੋ ਸਟੋਰ ਯੂਜ਼ਰ ਕੈਨ ਐਕਸੈਸ, ਅਗਲਾ ਫੀਚਰ ਇਹਦਾ ਕਿ ਇਹਦੇ ਵਿੱਚ ਦੇਖੋ ਜਿੱਦਾਂ ਕਿ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੋ, ਉਹਦੇ ਵਿੱਚ ਤੁਹਾਡੇ ਕੋਲ ਐਪਸ ਹੁੰਦੇ ਆ, ਹਨਾ, ਟਵਿੱਟਰ ਐਪ, ਫੇਸਬੁੱਕ ਐਪ, ਵਟਸਐਪ, ਠੀਕ ਹੈ। ਇਹ ਸਾਰੇ ਐਪਸ ਕਿੱਧਰੋਂ ਆਉਂਦੇ ਆ? ਪਲੇ ਸਟੋਰ ਤੋਂ। ਉਦਾਂ ਹੀ ਕਹਿੰਦਾ ਵਿੰਡੋ 10 ਦੇ ਵਿੱਚ ਵੀ ਇਹ ਫੀਚਰ ਆ ਗਿਆ ਕਿ ਤੁਸੀਂ ਇਸ ਦੇ ਵਿੱਚ ਜਿੰਨੇ ਵੀ ਐਪਸ ਹੁੰਦੇ ਆ ਉਹ ਸਾਰੇ ਤੁਸੀਂ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਸੋ ਤੁਸੀਂ ਵਿੰਡੋਜ਼ ਵੀ ਚਲਾ ਸਕਦੇ ਹੋ, ਮਤਲਬ ਵਿੰਡੋ ਦੇ ਵਿੱਚ ਤੁਸੀਂ ਇਹ ਜਿੰਨੇ ਐਪਸ ਹੈ ਉਹ ਸਾਰੇ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਇਹਦੇ ਵਿੱਚ ਵੀ ਇੱਕ ਪਲੇ ਸਟੋਰ ਦਾ ਆਪਸ਼ਨ ਉਹਨੇ ਦੇ ਦਿੱਤਾ। ਸੋ ਵਿਦ ਵਿੰਡੋ ਨੈਕਸਟ 10 most of the driver will automatically updated by the operating system itself, ਠੀਕ ਹੈ। ਵਿੰਡੋ 10 ਦੇ ਵਿੱਚ ਕੀ ਹੋਇਆ ਕਿ ਇਸ ਆਪਰੇਟਿੰਗ ਸਿਸਟਮ ਦੇ ਵਿੱਚ ਜਿੰਨੇ ਡਰਾਈਵਰ ਸਾਨੂੰ ਚਾਹੀਦੇ ਸੀਗੇ, ਠੀਕ ਹੈ, ਜਾਂ ਜੋ ਅਪਡੇਸ਼ਨਸ ਹੁੰਦੀਆਂ ਇਹ ਆਟੋਮੈਟਿਕਲੀ ਚੱਕ ਲੈਂਦਾ, ਠੀਕ ਹੈ। ਜਿਹੜੀ ਨਵੀਂ ਅਪਡੇਸ਼ਨ ਆਈ ਇਹਨੇ ਆਪਣੇ ਆਪ ਅਪਲੋਡ ਕਰ ਲੈਣਾ ਉਹਨੂੰ, ਠੀਕ ਹੈ, ਉਹ ਡਾਊਨਲੋਡ ਕਰ ਲੈਣਾ। ਜੋ ਵੀ ਤੁਹਾਡਾ ਨਵਾਂ ਡਰਾਈਵਰਸ, ਨਵਾਂ ਤੁਸੀਂ ਕੋਈ ਲਗਾ ਰਹੇ ਹੋ, ਕੋਈ ਵੀ ਡਿਵਾਈਸਿਸ ਜੋੜ ਰਹੇ ਹੋ, ਠੀਕ ਹੈ, ਉਹਨੇ ਇੰਟਰਨੈਟ ਤੋਂ ਕੀ ਕਰ ਲੈਣੀ ਹੈ? ਡਾਊਨਲੋਡ ਕਰ ਲੈਣੀ ਹੈ, ਠੀਕ ਹੈ। ਸੋ ਬਟ ਸਟਿਲ ਸਮ ਡਰਾਈਵਰ ਹੈਵ ਟੂ ਬੀ ਅਪਡੇਟਡ ਮੈਨੂਅਲੀ, ਪਰ ਕੁਝ ਕਹਿੰਦਾ ਕਿ ਜਿਹੜੇ ਡਰਾਈਵਰਸ ਹੈ ਜਿੱਦਾਂ ਪ੍ਰਿੰਟਰਸ ਹੋ ਗਏ, ਠੀਕ ਹੈ, ਸਕੈਨਰ ਹੋ ਗਏ, ਉਹਨਾਂ ਦੇ ਡਰਾਈਵਰਸ ਨੂੰ ਤੁਸੀਂ ਇੰਸਟਾਲ ਸੀਡੀ ਨਾਲ ਹੀ ਕਰਦੇ ਹੋ, ਠੀਕ ਹੈ। ਸੋ ਉਹਦੇ ਬਾਅਦ ਨੈਕਸਟ ਨਿਊ ਬ੍ਰਾਊਜ਼ਰ ਕਾਲਡ ਮਾਈਕਰੋਸਾਫਟ ਐਜ, ਇਹਦੇ ਵਿੱਚ ਨਵਾਂ ਬ੍ਰਾਊਜ਼ਰ ਇੱਕ ਆਇਆ ਮਾਈਕਰੋਸਾਫਟ ਐਜ, ਠੀਕ ਹੈ। ਨੈਕਸਟ ਵਰਚੁਅਲ ਡੈਸਕਟਾਪ ਇਜ਼ ਇੰਟਰੋਡਿਊਸ, ਵਰਚੁਅਲ ਡੈਸਕਟਾਪ ਇੱਕ ਆਇਆ ਇਹਦੇ ਵਿੱਚ, ਜਿੱਦਾਂ ਕੋਈ ਗੇਮ ਖੇਲਣੀ ਉਹਦੇ ਲਈ, ਬੈਟਰ ਸਨੈਪ ਅਸਿਸਟ, ਸਨੈਪ ਲੈਣੀ ਆ ਉਹਦੇ ਲਈ, ਠੀਕ ਹੈ। ਔਰ ਕੁਝ ਡਿਸਐਡਵਾਂਟੇਜ ਹੈਗੀਆਂ ਵਿੰਡੋ 10 ਦੇ ਵਿੱਚ, ਠੀਕ ਹੈ। ਪਹਿਲੀ ਡਿਸਐਡਵਾਂਟੇਜ ਇਹ ਸੀਗੀ ਕਿ ਵਿਦ ਕੋਰਟੇਨਾ ਯੂ ਪਰਸਨਲ ਇਨਫੋਰਮੇਸ਼ਨ ਵਿਲ ਬੀ ਸ਼ੇਅਰਡ ਵਿਦ ਮਾਈਕਰੋਸਾਫਟ ਫॉर ਬੈਟਰ ਸਰਵਿਸ, ਠੀਕ ਹੈ। ਜਿਹੜਾ ਕੋਰਟੇਨਾ ਇਹਦਾ ਪਰਸਨਲ ਅਸਿਸਟੈਂਟ ਹੈ, ਠੀਕ ਹੈ, ਉਹ ਪਰਸਨਲ ਅਸਿਸਟੈਂਟ ਇਹਦੀ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਤੁਹਾਡੇ ਸਿਸਟਮ ਦੀ, ਜੇਕਰ ਕੋਈ ਅਦਰ ਪਾਰਟੀ ਸੌਫਟਵੇਅਰ ਤੁਸੀਂ ਇੰਸਟਾਲ ਕੀਤਾ ਹੋਇਆ ਜਿੱਦਾਂ ਚਾਈਨੀਜ਼ ਵਗੈਰਾ, ਠੀਕ ਹੈ, ਉਹ ਤੁਹਾਡੀ ਇਨਫੋਰਮੇਸ਼ਨ ਨੂੰ ਉੱਥੇ ਤੱਕ ਪਹੁੰਚਾ ਸਕਦਾ, ਉਹਨਾਂ ਦੇ ਸਰਵਰ ਤੱਕ, ਠੀਕ ਹੈ। ਕਿਉਂਕਿ ਪਰਸਨਲ ਅਸਿਸਟੈਂਟ ਦਾ ਕੰਮ ਇਹੀ ਹੈ ਕਿ ਉਹਨੇ ਜੋ ਵੀ ਖਬਰ ਹੈ ਤੁਹਾਡੀ, ਜੋ ਵੀ ਤੁਹਾਡੀ ਇਨਫੋਰਮੇਸ਼ਨ ਹੈ ਉਹਨੂੰ ਇਹ ਉੱਤੇ ਦੇ ਸਕਦਾ। ਪਰ ਇਹਦੇ ਵਿੱਚ ਤੁਸੀਂ ਇਹੀ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਪ੍ਰੋਪਰ ਐਂਟੀਵਾਇਰਸ ਆਪਣੇ ਸਿਸਟਮ 'ਚ ਰੱਖੋ, ਠੀਕ ਹੈ। ਪ੍ਰੋਪਰ ਐਂਟੀਵਾਇਰਸ ਹੋਏਗਾ ਤਾਂ ਇਹ ਪੋਸੀਬਲ ਨਹੀਂ ਹੈ ਕਿ ਉਹ ਇਨਫੋਰਮੇਸ਼ਨ ਉੱਪਰ ਚੱਲ ਜਾਏਗੀ ਤੁਹਾਡੀ, ਠੀਕ ਹੈ। ਔਰ ਅਥੈਂਟਿਕ ਸੌਫਟਵੇਅਰ ਯੂਜ਼ ਕਰੋ, ਠੀਕ ਹੈ। ਸੋ ਇਸ ਡਿਸਐਡਵਾਂਟੇਜ ਨੂੰ ਤੁਸੀਂ ਦੂਰ ਕਰ ਸਕਦੇ ਹੋ। ਵਿਦ ਵਿੰਡੋਜ਼ ਅਪਡੇਟ ਯੂਜ਼ਰ ਆਰ ਫੋਰਸਡ ਟੂ ਡਾਊਨਲੋਡ ਦਾ ਅਪਡੇਟਸ, ਠੀਕ ਹੈ। ਸੋ ਵਿੰਡੋ ਅਪਡੇਟ ਵੀ ਇਹ ਫੋਰਸਲੀ ਅਪਡੇਟ ਕਰ ਲੈਂਦੀ ਹੈ ਕੁਝ ਸੌਫਟਵੇਅਰ ਨੂੰ, ਠੀਕ ਹੈ। ਜਾਂ ਤੇ ਇਹਦੇ ਵਿੱਚ ਇਹ ਕਰ ਸਕਦੇ ਹੋ ਕਿ ਤੁਸੀਂ ਉਹਦੀ ਡਾਊਨਲੋਡਿੰਗ ਜਿਹੜੀ ਆ ਉਹਨੂੰ ਕਲੋਜ਼ ਕਰਕੇ ਰੱਖੋ, ਠੀਕ ਹੈ, ਕਿ ਹਰ ਵਾਰੀ ਜਦੋਂ ਵੀ ਉਹਨੇ ਕੁਝ ਡਾਊਨਲੋਡ ਕਰਨਾ ਜਾਂ ਅਪਡੇਟ ਕਰਨਾ ਉਹ ਤੁਹਾਡੇ ਕੋਲ ਪੁੱਛੇ, ਇਹ ਨਾ ਕਰੇ ਕਿ ਉਹ ਆਪਣੇ ਆਪ ਅਪਡੇਟ ਕਰ ਲੇ, ਠੀਕ ਹੈ। ਸੋ ਆਪਣੇ ਆਪ ਅਪਡੇਟ ਕਰ ਲੈਂਦਾ, ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ। ਉਹਦੇ ਬਾਅਦ ਲਾਸਟ ਇਹਦੀ ਡਿਸਐਡਵਾਂਟੇਜ, ਸਿੰਸ ਇਟਸ ਰਿਲੇਟਿਵਲੀ ਨਿਊ ਸੋ ਐਕਸਪੈਕਟ ਬਗਸ ਅਰਾਊਂਡ ਦਾ ਆਪਰੇਟਿੰਗ ਸਿਸਟਮ, ਸੋ ਕੁਝ ਐਰਰ ਜਿਹੜੇ ਨਵੇਂ ਆ ਉਹ ਆ ਸਕਦੇ ਆ ਜਿਹੜੇ ਕਿ ਹਾਲੇ ਤੱਕ ਪਤਾ ਵੀ ਨਹੀਂ ਹੋਣਗੇ, ਠੀਕ ਹੈ। ਸੋ ਨਵੀਂ ਵਿੰਡੋ ਹੈ, ਇਸ ਕਰਕੇ ਇਹਦੇ ਵਿੱਚ ਕੁਝ ਡਿਸਐਡਵਾਂਟੇਜ ਜਿਹੜੀਆਂ ਉਹ ਹੋ ਸਕਦੀਆਂ, ਠੀਕ ਹੈ। ਸੋ ਨੈਕਸਟ ਮੇਰਾ ਅੱਜ ਦਾ ਟੌਪਿਕ ਜਿਹੜਾ ਮੈਂ ਤੁਹਾਨੂੰ ਕਲੀਅਰ ਕਰਵਾਇਆ, ਇਹਦੇ ਵਿੱਚ ਕੋਈ ਡਾਊਟ ਹੋ ਸਕਦਾ ਤੁਹਾਨੂੰ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਨੈਕਸਟ ਮਿਸ਼ਨ ਫਤਿਹ ਨੂੰ ਦੁਬਾਰਾ ਤੁਸੀਂ ਸਾਰੇ ਨੋਟ ਡਾਊਨ ਕਰ ਲਓ ਕਿ ਇਹਦਾ ਤੁਸੀਂ ਖਾਸ ਖਿਆਲ ਰੱਖਣਾ ਹੈ, ਠੀਕ ਹੈ। ਔਰ ਕੋਵਾ ਐਪ ਜਿਹੜੀ ਹੈ ਉਹ ਸਾਰੇ ਡਾਊਨਲੋਡ ਕਰ ਲਓ, ਜਿਹੜੀ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗੀ, ਠੀਕ ਹੈ।
ਕਿੰਨੇ ਇਨਫੈਕਟਡ ਪਰਸਨਸ ਹੈਗੇ ਤੁਹਾਡੇ ਏਰੀਆ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ, ਪੂਰਾ ਜਾਣਕਾਰੀ ਤੁਹਾਨੂੰ ਦੇਗੀ। ਠੀਕ ਹੈ, ਸੋ ਕੋਵਾ ਐਪ ਜ਼ਰੂਰ ਡਾਊਨਲੋਡ ਕਰੋ। ਸੋ ਥੈਂक्स all my participants, today I have completed my topic. So any problem, any query you have, you please ask free. Hello, sir. हाँ जी Hello, good afternoon, sir. बारिश बहुत हैगी है मम्मी। हेलो, हाँ जी सत श्री अकाल अजय कुमार जी, अजय कुमार सर, रणधीर सिंह बल बोलदा जी। हेलो 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 हाँ जी, बहुत वधिया तुहाडा सर लैक्चर, बहुत वधिया। जिन्नी तारीफ की जावे उन्नी थोड़ी आ। बहुत अच्छा तुहाडा लैक्चर सीगा। बाकी मैं इन्हां बारे दसना चाहुंदा अजय सर बारे भी कल ਆਪਾਂ 2 घंटे पहला गया सी ते बड़ा एफिशिएंट लैक्चर तैयार किया। सो बहुत बहुत सारा धन्यवाद, बहुत वधिया लैक्चर है, बड़ी बच्चों को मिली है। सो Hello, sir. जी जी बोलो 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 जी बोलो। Hello, good afternoon, sir. गुड आफ्टरनून गुड आफ्टरनून। Sir, मैं तो एक क्वेश्चन पूछना सी। My name. जी जी बोलो। Sir, हाँ जी जो विंडो XP है हाँ जी ते ਉਹ ਸਾਰੀ मतलब कि MS DOS है ਉਹਦੇ ਵਿੱਚ ਸਾਰਾ ਹੀ। बेटा मैं दसदा ਤੁਹਾਨੂੰ ਜਿਹੜਾ MS DOS है ना, ਹਾਂਜੀ मैं sir। ਤੁਹਾਡੇ ਨਾਲ ਗੱਲ ਕੀਤੀ कि MS DOS ਜਿਹੜੀ ਹੈ, ਹਾਂ MS DOS ਕਮਾਂਡ ਬੇਸਡ ਆਪਰੇਟਿੰਗ ਸਿਸਟਮ ਹੈ। ਸਮਝਦੇ ਹੋ ਗੱਲ ਨੂੰ? ਹਾਂਜੀ ਹਾਂਜੀ sir। ਠੀਕ ਹੈ, ਕਮਾਂਡ ਲਾਈਨ ਇੰਟਰਫੇਸ ਹੈ। ਸੋ ਮੈਂ ਗੱਲ ਕੀਤੀ ਕਿ ਜਿੰਨੀਆਂ ਵੀ ਵਿੰਡੋਜ਼ ਆਈਆਂ, ਠੀਕ ਹੈ, ਜਿੰਨੀਆਂ ਵੀ ਵਿੰਡੋਜ਼ ਆਈਆਂ ਉਹ ਸਾਰਿਆਂ ਦੇ ਵਿੱਚ DOS ਹੈਗੀ ਹੈ। ਠੀਕ ਹੈ, ਵਿੰਡੋ 8 ਹੀ ਨਹੀਂ, ਵਿੰਡੋ 97 ਤੋਂ ਲੈ ਕੇ ਵਿੰਡੋ 10 ਤੱਕ ਸਾਰਿਆਂ ਦੇ ਵਿੱਚ DOS ਤੁਸੀਂ ਆਪਰੇਟ ਕਰ ਸਕਦੇ ਹੋ। ਹਾਂਜੀ ਹਾਂਜੀ ਉਹਦੇ ਲਈ ਇੱਕ ਕਮਾਂਡ ਹੈ, ਸਰਚ ਦੇ ਵਿੱਚ ਜਾ ਕੇ, ਠੀਕ ਹੈ, ਤੁਸੀਂ DOS ਲਿਖ ਦਿਓ ਔਰ ਐਂਟਰ ਕਰ ਦਿਓ, ਤੁਹਾਡਾ DOS ਪ੍ਰੌਂਪਟ ਓਪਨ ਹੋ ਜਾਏਗਾ। ਹਾਂਜੀ ਕਿ मतलब कि DOS का सारे DOS मतलब ਪ੍ਰੌਂਪਟ ਤੋਂ ਹਾਂਜੀ मतलब कि DOS तो सारे विंडोज ਦੇ ਵਿੱਚ ਹੈਗਾ। ਹਾਂ ਬਿਲकुल ਹੈਗਾ ਜੀ। ਹਾਂਜੀ ਸਰ, मतलब कि जो विंडो XP है ਹਾਂ ਉਹਦੇ ਵਿੱਚ ਕੀ ਚੀਜ਼ ਹੈ? ਮੇਰਾ ਨਾ ਐਕਚੁਅਲੀ ਨੈਟ ਨਹੀਂ ਸੀ ਚੱਲਦਾ ਇਸ ਟਾਈਮ। ਵਿੰਡੋ XP ਜਿਹੜਾ ਉਹ ਗ੍ਰਾਫਿਕਲ ਹੈ। ਠੀਕ ਹੈ, ਗ੍ਰਾਫਿਕਲ ਮਤਲਬ ਤੁਸੀਂ ਉਹਨੂੰ ਫੋਟੋਜ਼ ਜਾਂ ਜੋ ਕੰਮ ਕਰ ਰਹੇ ਹੋ ਤੁਸੀਂ, ਉਹ ਸਾਰਾ ਤੁਸੀਂ ਸਾਹਮਣੇ ਦੇਖ ਸਕਦੇ ਹੋ। ਠੀਕ ਹੈ, ਗ੍ਰਾਫਿਕਲੀ ਦੇਖ ਸਕਦੇ ਹੋ, ਫੋਟੋਜ਼ ਦੇਖ ਸਕਦੇ ਹੋ, ਮਾਊਸ ਦੇ ਨਾਲ ਉਹਨੂੰ ਚਲਾ ਸਕਦੇ ਹੋ, ਤੁਸੀਂ ਆਪਰੇਟ ਕਰ ਸਕਦੇ ਹੋ। ਬਟ ਜਿਹੜਾ DOS ਹੁੰਦਾ ਨਾ ਬੇਟਾ, ਠੀਕ ਹੈ, DOS ਜਿਹੜਾ ਉਹ ਕਮਾਂਡ ਦੇ ਨਾਲ ਹੀ ਤੁਸੀਂ ਉਹਨੂੰ ਆਪਰੇਟ ਕਰ ਸਕਦੇ ਹੋ। ਉਹਦੇ ਵਿੱਚ ਤੁਸੀਂ ਮਾਊਸ ਯੂਜ਼ ਨਹੀਂ ਕਰ ਸਕਦੇ। ਹਾਂਜੀ ਸਰ, ਉਹ ਤਾਂ ਪਤਾ ਹੈ। ਠੀਕ ਹੈ, ਇਸ ਕਰਕੇ XP ਦੇ ਵਿੱਚ ਸਾਰੇ ਫੀਚਰਸ ਹੈ। ਚਾਹੇ ਤੁਸੀਂ ਆਪਣੇ ਗਾਣੇ ਸੁਣਨੇ ਆ, ਵੀਡੀਓ ਚਲਾਣੀ ਹੈ, ਠੀਕ ਹੈ, ਜਾਂ ਤੁਸੀਂ ਰਿਜ਼ਿਊਮ ਤਿਆਰ ਕਰ ਰਹੇ ਹੋ, MS ਆਫਿਸ ਦੇ ਵਿੱਚ ਕੰਮ ਕਰ ਰਹੇ ਹੋ, ਵਰਡ ਦੇ ਵਿੱਚ ਕੰਮ ਕਰ ਰਹੇ ਹੋ, ਠੀਕ ਹੈ, ਫੋਟੋਸ਼ਾਪ ਚਲਾ ਰਹੇ ਹੋ, ਇਹ ਫੋਟੋਸ਼ਾਪਸ ਹੋ ਗਈਆਂ, ਇਹ ਜਿੰਨੀਆਂ ਵੀ ਐਪਲੀਕੇਸ਼ਨਸ ਹੈ MS ਆਫਿਸ, ਇਹ DOS ਦੇ ਵਿੱਚ ਨਹੀਂ ਚਲਾ ਸਕਦੇ ਤੁਸੀਂ। ਠੀਕ ਹੈ, ਹਾਂਜੀ ਹਾਂਜੀ ਸਰ ਸਮਝੇ? ਹਾਂ, ਉਹ DOS ਦੇ ਵਿੱਚ ਨਹੀਂ ਚਲਾ ਸਕਦੇ, ਉਹ XP 'ਚ ਚਲਾ ਸਕਦੇ ਹੋ। ਠੀਕ ਹੈ, ਹਾਂਜੀ। ਹੋਰ ਕੋਈ? गुड आफ्टरनून सर। हाँ जी बोलो सर मैं ना हाँ जी, पूछना है कि ਜਿਹੜੀ ਵਿੰਡੋ 32 ਬਿਟ ਹੈ ਤੇ 64 ਬਿਟ ਹੈ, ਇਹਨਾਂ ਵਿੱਚ ਕੀ ਮੇਜਰ ਡਿਫਰੈਂਸ ਹੈਗਾ ਹੈ? जी 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 ठीक है, देखो बेटा, ਜਿਹੜਾ विंडोज 32 बिट और 64 बिट, ठीक है, टू टाइप ਦੇ ਆਪਰੇਟਿੰਗ ਸਿਸਟਮ ਹੈ। ਜਿਹੜਾ 32 ਬਿਟ ਹੈ ਨਾ, ਇਹਦੀ ਡਾਟਾ ਬਸ ਜਿਹੜੀ ਹੁੰਦੀ ਹੈ 32 ਬਿਟ ਹੁੰਦੀ ਹੈ ਡਾਟਾ ਬਸ। ਮਤਲਬ ਇਹ 32 ਬਿਟ ਡਾਟਾ ਜਿਹੜਾ ਸੈਂਡ ਕਰਦਾ ਇੱਕ ਟਾਈਮ ਤੇ। ਠੀਕ ਹੈ, ਔਰ ਸੋਚੋ ਜਿਹੜਾ 64 ਬਿਟ ਆਪਰੇਟਿੰਗ ਸਿਸਟਮ ਹੈ 64 ਬਿਟ, ਉਹ ਇੱਕ ਟਾਈਮ ਤੇ ਕੀ ਕਰਦਾ? 64 ਬਿਟ ਡਾਟਾ ਨੂੰ ਸੈਂਡ ਕਰੇਗਾ। ਸੋ ਇਹਦੀ ਜਿਹੜੀ ਸਪੀਡ ਹੈ, ਠੀਕ ਹੈ, ਉਹ ਸਪੀਡ ਬਹੁਤ ਜ਼ਿਆਦਾ ਹੋਏਗੀ।
64 ਬਿਟ ਦੀ। ਇਹ ਮੇਨ ਡਿਫਰੈਂਸ ਹੈ ਤੁਹਾਡਾ। ਸੋ ਜਿੰਨੀਆਂ ਵਿੰਡੋਜ਼ ਮੰਨ ਲਓ 95 ਨਹੀਂ XP ਤੋਂ ਬਾਅਦ ਜਿਹੜੀਆਂ ਵਿੰਡੋਜ਼ ਆਈਆਂ 98 ਤੋਂ ਬਾਅਦ ਸੌਰੀ, ਉਹ ਸਾਰੀਆਂ ਵਿੰਡੋਜ਼ ਜਿਹੜੀਆਂ 32 ਬਿਟ ਵੀ ਸੀਗੀਆਂ ਔਰ 64 ਬਿਟ ਵੀ ਸੀਗੀਆਂ। ਠੀਕ ਹੈ, ਜਿੱਦਾਂ ਵਿੰਡੋ 7 ਹੈ, ਵਿੰਡੋ 7 ਤੁਹਾਨੂੰ 32 ਬਿਟ ਵੀ ਮਿਲ ਜਾਣੀ ਹੈ 30, ਠੀਕ ਹੈ, ਔਰ 64 ਬਿਟ ਵੀ ਤੁਹਾਨੂੰ ਮਿਲ ਜਾਣੀ ਹੈ। ਓਕੇ ਹਾਂਜੀ ਸਰ। ਹਾਂ, ਤੇ ਤੇ ਸਰ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਹੜਾ ਚੂਜ਼ ਕਰਨਾ। ਸਰ ਇਹਨਾਂ ਵਿੱਚ ਕੁਝ ਐਪਲੀਕੇਸ਼ਨਸ ਆ ਜਿਹੜੀਆਂ ਸਪੋਰਟ ਨਹੀਂ ਕਰਦੀਆਂ 32 ਬਿਟ ਹਾਂ ਨਹੀਂ ਕਰਦੀ। ਬਿਟ ਦੀ ਸਪੋਰਟ ਨਹੀਂ ਕਰਦੀ। ਦੇਖੋ ਮੇਰੀ ਗੱਲ ਸੁਣੋ, ਜਿਹੜੀ ਹਾਂਜੀ ਜਿਹੜੀ 64 ਬਿਟ ਤੁਹਾਡਾ ਆਪਰੇਟਿੰਗ ਸਿਸਟਮ ਹੋਏਗਾ ਨਾ, ਉਹਦੇ ਵਿੱਚ 64 ਬਿਟ ਦੇ ਹੀ ਐਪਲੀਕੇਸ਼ਨਾਂ ਡਾਊਨਲੋਡ ਕਰ ਸਕਦੇ ਹੋ, ਚਲਾ ਸਕਦੇ ਹੋ। ਜੇਕਰ ਤੁਸੀਂ 32 ਬਿਟ ਤੁਹਾਡਾ ਆਪਰੇਟਿੰਗ ਸਿਸਟਮ ਹੈ ਵਿੰਡੋ, ਤੇ ਤੁਸੀਂ ਐਪਲੀਕੇਸ਼ਨ 64 ਬਿਟ ਵਾਲੀ ਚਲਾਓਗੇ ਤੇ ਨਹੀਂ ਚਲੇਗੀ। ਇਹ ਕੰਪੈਟੀਬਿਲਿਟੀ ਨਹੀਂ ਹੈ ਬੇਟਾ। ਹਾਂ, ਇਹ ਕੰਪੈਟੀਬਿਲਿਟੀ ਤੁਹਾਨੂੰ ਦੇਖਣੀ ਪਏਗੀ ਪਹਿਲਾਂ। 64 ਬਿਟ ਵਿੱਚ 32 ਬਿਟ ਵਾਲੀ ਚੱਲ ਜਾਏਗੀ। 64 ਬਿਟ ਦੇ ਵਿੱਚ 32 ਵਾਲੀ ਨਹੀਂ ਚਲੇਗੀ। ਉਹਦੇ ਵਿੱਚ ਵੀ ਨਹੀਂ ਚੱਲੇਗੀ। ਨਹੀਂ ਚਲੇਗੀ, ਦੋਨਾਂ ਦੇ ਵਿੱਚ ਨਹੀਂ ਚਲੇਗੀ। ਮਤਲਬ 64 ਬਿਟ ਆਪਰੇਟਿੰਗ ਸਿਸਟਮ ਦੇ ਵਿੱਚ 64 ਬਿਟ ਵਾਲੀ ਹੀ ਐਪਲੀਕੇਸ਼ਨ ਚਲੇਗੀ। ਬੜੀ ਵਾਰੀ ਇਹ ਐਰਰ ਆਂਦਾ, ਦੇਖਿਆ ਹੋਣਾ ਤੁਸੀਂ। ਹਾਂਜੀ ਸਰ। ਹਾਂਜੀ ਸਰ, ਇਹਨੂੰ ਹੀ ਕੰਪੈਟੀਬਿਲਿਟੀ ਕਹਿੰਦੇ ਆ। ਹਾਂਜੀ ਠੀਕ ਹੈ, ਥੈਂਕ ਯੂ ਸਰ। ਹੈਲੋ ਜੀ ਹੋਰ ਕੋਈ ਬੇਟਾ? ਹੈਲੋ ਸਰ। ਜੀ ਸਰ, ਜੀ ਬੋਲੋ ਸਰ। ਜਿਵੇਂ ਆਪਾਂ ਡੋਸ, ਆਪਾਂ ਤੁਸੀਂ ਦੱਸਿਆ ਡੋਸ ਦੇ ਬਾਰੇ। ਡੋਸ ਸਰ ਆਪਾਂ ਯੂਜ਼ ਕੀਤਾ, ਉਹ ਤੋਂ ਬਾਅਦ ਜਿੱਦਾਂ ਗ੍ਰਾਫਿਕਲੀ ਵਿੰਡੋਜ਼ ਆ ਗਈਆਂ ਆਪਣੇ ਕੋਲ, ਬਟ ਲੇਕਿਨ ਆਪਾਂ ਨੇ ਉਹਨਾਂ ਵਿੰਡੋਜ਼ ਦੇ ਵਿੱਚ ਵੀ ਇੱਕ ਫੀਚਰ ਦਿੱਤਾ ਹੈਗਾ ਅਲੱਗ ਤੋਂ ਕਮਾਂਡ ਪ੍ਰਮੋਟ ਦਾ, ਜਿੱਦਾਂ ਕਿ ਆਪਾਂ ਡੋਸ ਯੂਜ਼ ਕਰ ਸਕਦੇ ਹਾਂ ਉਹਦੇ ਵਿੱਚ। ਤੇ ਸਰ ਉਹਦੇ ਵਿੱਚ ਇਹਦੇ ਵਿੱਚ ਆਪਾਂ ਇਹਦਾ ਕੀ ਯੂਜ਼ਿਸ ਆ ਵੀ ਆਪਾਂ ਨੂੰ, ਕਿਉਂ ਇਹਦਾ ਕੀ ਬੈਨੀਫਿਟ ਆ ਵੀ ਆਪਾਂ ਨੂੰ ਇਹਨਾਂ ਵਿੰਡੋਜ਼ ਦੇ ਵਿੱਚ ਵੀ ਜਿੱਥੇ ਆਪਾਂ ਗ੍ਰਾਫਿਕਲੀ ਯੂਜ਼ ਕਰ ਸਕਦੇ ਹਾਂ ਤੇ ਸਾਨੂੰ ਕਮਾਂਡਸ ਦੇ ਜਰੀਏ ਯੂਜ਼ ਕਰਨ ਨੂੰ ਜੀ ਮੈਂ ਦੱਸਦਾ ਤੁਹਾਨੂੰ। ਪਹਿਲੇ ਪਤਾ ਕੀ ਹੁੰਦਾ ਸੀ, 1985 ਦੇ ਵਿੱਚ ਤੁਹਾਡੀ ਜਿਹੜੀ ਹੈ ਵਿੰਡੋ ਆਈ 1.0, ਠੀਕ ਹੈ ਜੀ। ਉਹਦੇ ਪਹਿਲੇ ਕੀ ਸੀ ਕਿ ਡੋਸ ਚੱਲਦੀ ਸੀ, ਡਿਸਕ ਆਪਰੇਟਿੰਗ ਸਿਸਟਮ, ਠੀਕ ਹੈ। ਪਰ ਡਿਸਕ ਆਪਰੇਟਿੰਗ ਸਿਸਟਮ ਜਿਹੜੀ ਸੀ ਉਹ ਕਮਾਂਡ ਬੇਸਡ ਸੀਗੇ, ਠੀਕ ਹੈ। ਉਹ ਕੱਲੀ ਕੰਮ ਕਰਦੀ ਸੀ, ਉਹਦੇ ਵਿੱਚ ਵਿੰਡੋ ਨਹੀਂ ਚੱਲ ਸਕਦੀ। ਪਰ ਜਿਹੜੀ 1985 ਤੋਂ ਬਾਅਦ ਜਿਹੜੀ ਵਿੰਡੋ ਆਈ ਹੈ ਹੁਣ ਗ੍ਰਾਫਿਕਲ, ਠੀਕ ਹੈ, ਉਹ ਇਦਾਂ ਦੀ ਵਿੰਡੋ ਉਹਨਾਂ ਨੇ ਤਿਆਰ ਕੀਤੀ ਜਿਹਦੇ ਵਿੱਚ ਕਿ ਡੋਸ ਵੀ ਚਲਦੀ ਸੀ ਨਾਲ ਉਹਦੇ। ਮਤਲਬ ਤੁਸੀਂ ਡੋਸ ਦੀਆਂ ਵੀ ਕਮਾਂਡਸ ਨੂੰ ਚਲਾ ਸਕਦੇ ਸੀ, ਔਰ ਤੁਸੀਂ ਨਵਾਂ ਜਿਹੜਾ ਗ੍ਰਾਫਿਕਲ ਆਪਸ਼ਨ ਹੈ ਉਹ ਵੀ ਤੁਸੀਂ ਖੋਲ ਸਕਦੇ ਸੀ। ਮਤਲਬ ਇਹ ਕੀ ਹੈ, ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ, ਠੀਕ ਹੈ। ਪਰ ਜਿਹੜਾ ਤੁਹਾਡਾ ਡੋਸ ਹੈ, ਡੋਸ ਤੁਹਾਡਾ ਸਿੰਗਲ ਯੂਜ਼ਰ ਹੈ, ਠੀਕ ਹੈ। ਉਹਦੇ ਵਿੱਚ ਅਸੀਂ ਸਿਰਫ ਕਮਾਂਡ ਦੇ ਹੀ ਕੰਮ ਕਰ ਸਕਦੇ ਹਾਂ। ਪਰ ਹੁਣ ਜਿੰਨੀਆਂ ਵੀ ਵਿੰਡੋਜ਼ ਹੈ ਉਹਦੇ ਵਿੱਚ ਤੁਸੀਂ ਕਮਾਂਡ ਤਾਂ ਚਲਾਉਂਦੇ ਹੀ ਹੋ, ਤੁਸੀਂ ਗ੍ਰਾਫਿਕਲੀ ਵੀ ਆਪਰੇਟ ਕਰ ਸਕਦੇ ਹੋ ਨਾਲ ਦੋਨੋਂ ਕੰਮ ਇਕੱਠੇ। ਸਰ ਕਮਾਂਡ ਆਪਰੇਟਿੰਗ ਸਿਸਟਮ ਦੇ ਵਿੱਚ ਜਿਵੇਂ ਕਿ ਸਰ ਕੋਈ ਕਮਾਂਡ ਕੋਈ ਹਾਂ, ਕਮਾਂਡ ਜਿੱਦਾਂ ਕੋਈ ਫਾਈਲ ਬਣਾਣੀ ਹੈ ਡੋਸ ਦੇ ਵਿੱਚ, ਤੇ ਕਾਪੀ ਕੌਨ ਤੁਸੀਂ ਕਮਾਂਡ ਯੂਜ਼ ਕਰਦੇ ਹੋ। ਕੋਈ ਮੰਨ ਲਓ ਡਾਇਰੈਕਟਰੀ ਬਣਾਣੀ ਹੈ ਤਾਂ ਤੁਸੀਂ ਕੀ ਯੂਜ਼ ਕਰਦੇ ਹੋ, MD। ਕੋਈ ਮੰਨ ਲਓ ਡਾਇਰੈਕਟਰੀ ਤਿਆਰ ਕਰਨੀ ਆ, ਤੇ ਡਾਇਰੈਕਟਰੀ ਤਿਆਰ ਕਰਨ ਦੇ ਲਈ ਡੋਸ ਦੇ ਵਿੱਚ ਕਿਹੜੀ ਕਮਾਂਡ ਹੈ, MD, ਮੇਕ ਡਾਇਰੈਕਟਰੀ, ਠੀਕ ਹੈ। MD ਮਤਲਬ ਮੇਕ ਡਾਇਰੈਕਟਰੀ। ਔਰ ਉਹਦੇ ਬਾਅਦ ਕਿਹੜੀ ਕਮਾਂਡ ਯੂਜ਼ ਕਰਦੇ ਆ, CD ਮਤਲਬ ਕਰੰਟ ਡਾਇਰੈਕਟਰੀ, ਠੀਕ ਹੈ। MD ਡਾਇਰੈਕਟਰੀ ਨੇਮ ਐਂਟਰ, ਫਿਰ CD ਡਾਇਰੈਕਟਰੀ ਨੇਮ ਐਂਟਰ, ਤੇ ਤੁਹਾਡੀ ਡਾਇਰੈਕਟਰੀ ਤਿਆਰ ਹੋ ਜਾਏਗੀ। ਤੁਸੀਂ ਆਪਣੀ ਡਾਇਰੈਕਟਰੀ ਦੇ ਅੰਦਰ ਕੋਈ ਵੀ ਫਾਈਲ ਤਿਆਰ ਕਰ ਸਕਦੇ ਹੋ ਨਵੀਂ। ਤੇ ਫਾਈਲ ਤਿਆਰ ਕਰਨ ਲਈ ਮੈਂ ਤੁਹਾਨੂੰ ਦੱਸਤੀ ਕੀ ਹੈ। ਫਾਈਲ ਤਿਆਰ ਕਰਨ ਲਈ ਕਾਪੀ ਕੌਨ ਪਲੱਸ ਆਪਣਾ ਨਾਮ, ਕੋਈ ਵੀ ਨਾਮ ਫਾਈਲ ਦਾ, ਜੋ ਵੀ ਲਿਖਣਾ। ਹਾਂਜੀ ਬੋਲੋ। ਹੈਲੋ ਹਾਂਜੀ ਸਰ, ਸਟਾਰਟਿੰਗ ਚ ਤੁਸੀਂ ਕੀ ਸਮਝਾਇਆ ਹੈ? ਸਰ ਮੇਰਾ ਨਾ ਨੈਟਵਰਕ ਸਲੋ ਸਰ ਕੱਟ ਹੋ ਗਿਆ ਹੈ। ਸਰ ਸਟਾਰਟਿੰਗ ਵਿੱਚ ਤੁਸੀਂ ਕੀ ਸਮਝਾਇਆ ਹੈ? ਸਟਾਰਟਿੰਗ ਚ ਮੈਂ MS DOS ਦੇ ਬਾਰੇ ਦੱਸਿਆ ਸੀ, ਠੀਕ ਹੈ। ਔਰ ਮੈਂ ਇਹ ਦੱਸਿਆ ਸੀਗਾ ਕਿ ਆਪਰੇਟਿੰਗ ਸਿਸਟਮ ਦੋ ਹੀ ਟਾਈਪ ਦੇ ਹੁੰਦੇ ਆ ਮੇਨਲੀ। ਇੱਕ ਤਾਂ ਕਮਾਂਡ ਲਾਈਨ ਇੰਟਰਫੇਸ, ਠੀਕ ਹੈ, ਦੂਸਰਾ ਗ੍ਰਾਫਿਕਲ ਇੰਟਰਫੇਸ। ਕਮਾਂਡ ਲਾਈਨ ਇੰਟਰਫੇਸ ਜਿਹਦੇ ਵਿੱਚ ਕਮਾਂਡਸ ਯੂਜ਼ ਕਰਦੇ ਆ ਸਿਰਫ ਆਪਾਂ, ਔਰ ਗ੍ਰਾਫਿਕਲ ਯੂਜ਼ਰ ਇੰਟਰਫੇਸ ਜਿਹਦੇ ਵਿੱਚ ਆਪਾਂ ਗ੍ਰਾਫਿਕਸ ਵੀ ਦੇਖ ਸਕਦੇ ਆ, ਆਈਕਨ ਚਲਾ ਸਕਦੇ ਆ, ਮਾਊਸ ਦੀ ਹੈਲਪ ਨਾਲ ਕੁਝ ਵੀ ਕਲਿੱਕ ਕਰ ਸਕਦੇ ਆ। ਇਹ ਸਮਝਾਇਆ ਸੀ ਤੁਹਾਨੂੰ ਮੈਂ। ਫਿਰ ਉਹਦੇ ਬਾਅਦ ਮੈਂ ਵਿੰਡੋ ਦੇ ਵੱਲ ਲੈ ਗਿਆ ਸੀ ਕਿ ਕਿਹੜੀ ਵਿੰਡੋਜ਼ ਜਿਹੜੀਆਂ ਆਈਆਂ, ਠੀਕ ਹੈ, ਕਿਹੜੇ ਵਰਜ਼ਨਸ ਹੈ ਵਿੰਡੋ ਦੇ, ਉਹਨਾਂ ਦੇ ਕੀ ਫੀਚਰਸ ਹੈ, ਇਹ ਮੈਂ ਤੁਹਾਨੂੰ ਸਾਰਾ ਸਮਝਾਇਆ ਲੈਕਚਰ ਦੇ ਵਿੱਚ।
ਜੀ ਸਰ। ਹਾਂਜੀ Sir- ਤੁਸੀਂ ਹਾਂਜੀ ਬੋਲੋ। ਸਰ ਮੈਨੂੰ ਥੋੜਾ ਜਿਹਾ ਵਿਸਤਾ ਮਤਲਬ ਕਿ ਐਕਸਪਲੇਨ ਕਰ ਦੋਗੇ? ਹਾਂਜੀ ਵਿਸਤਾ, ਹਾਂ ਵਿਸਤਾ ਵੀ ਇੱਕ ਆਪਰੇਟਿੰਗ ਸਿਸਟਮ ਹੈ ਦੇਖੋ, ਜਿਹੜਾ ਕਿ ਵਿੰਡੋ 7 ਦੇ ਨਾਲ ਆਇਆ ਸੀ, ਵਿੰਡੋ 7 ਤੋਂ ਪਹਿਲਾਂ ਆਇਆ ਸੀ ਵਿਸਤਾ, ਠੀਕ ਹੈ। ਸੇਮ ਹਾਂਜੀ ਜਿੱਦਾਂ ਕਿ XP ਹੈ, ਵਿੰਡੋ XP, ਠੀਕ ਹੈ, ਜੋ ਕੰਮ ਕਰਦੀ ਹੈ XP ਕੀ ਕਰ ਸਕਦੀ ਹੈ, ਐਪਲੀਕੇਸ਼ਨ ਡਾਊਨਲੋਡ ਕਰ ਸਕਦੀ ਹੈ, ਜਾਂ ਜੋ ਵੀ ਤੁਸੀਂ ਕੰਪਿਊਟਰ ਤੇ ਕਾਪੀ ਪੇਸਟ ਜੋ ਵੀ ਕਰ ਰਹੇ ਹੋ ਸਭ ਕੁਝ ਕਰ ਸਕਦੀ ਹੈ, ਠੀਕ ਹੈ। ਉਦਾਂ ਹੀ ਵਿਸਤਾ ਵੀ ਆਪਰੇਟਿੰਗ ਸਿਸਟਮ ਹੈ ਵਿੰਡੋ ਦਾ, ਜਿਹਦੇ ਵਿੱਚ ਕੋਈ ਵੀ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਕੋਈ ਐਪਲੀਕੇਸ਼ਨ ਤੇ ਕੰਮ ਕਰ ਸਕਦੇ ਹੋ, ਫੋਟੋਸ਼ਾਪ ਤੇ ਕੰਮ ਕਰ ਸਕਦੇ ਹੋ, ਠੀਕ ਹੈ। ਔਰ ਇਹਦੇ ਨਾਲ ਨਾਲ ਇਹਦੇ ਵਿੱਚ ਸਿਕਿਉਰਿਟੀ ਕਾਫੀ ਵਧੀਆ ਰੱਖੀ ਜਾ ਸਕਦੀ ਹੈ। ਜਿੱਦਾਂ ਕਿ ਕੋਈ ਸਰਵਰ ਸਿਸਟਮ ਬਣਾਉਣਾ ਤਾਂ ਉਧਰ ਵਿਸਤਾ ਇੰਸਟਾਲ ਕਰੋਗੇ ਤੇ ਬੜੀ ਵਧੀਆ ਪਰਫਾਰਮੈਂਸ ਹੋਏਗੀ ਉਹਦੀ, ਠੀਕ ਓਕੇ ਹੈ। ਸਰ। ਇਹ ਵੀ ਇੱਕ ਆਪਰੇਟਿੰਗ ਸਿਸਟਮ ਹੈ, ਬਸ ਇਹ ਯਾਦ ਰੱਖੋ ਤੁਸੀਂ ਮੇਨ। ਉਹਦੇ ਬਾਅਦ ਵਿਸਤਾ ਤੋਂ ਬਾਅਦ ਅੱਗੇ ਫਿਰ ਹੋਰ ਵਿੰਡੋ 8 ਆ ਗਈ, ਠੀਕ ਹੈ। ਹਾਂਜੀ ਸਰ, ਵਿੰਡੋ 10 ਵਿੰਡੋ 8। ਹਾਂਜੀ ਸਰ ਇੱਕ ਕੁਐਸਚਨ ਸੀਗਾ ਜਿਵੇਂ ਕਿ ਸਰ ਆਪਾਂ ਸਰਵਰ ਯੂਜ਼ ਕਰਨਾ ਵਾ, ਤੇ ਸਰਵਰ ਦੇ ਵਿੱਚ ਸਰ ਕਿਹੜੀ ਵਿੰਡੋ ਯੂਜ਼ ਕਰ ਸਕਦੇ ਹਾਂ, ਵਧੀਆ ਕਿਹੜੀ ਵਿੰਡੋ ਰਹੇਗੀ? ਜਿੰਨੀ ਵਿੰਡੋਜ਼ ਆਈਆਂ ਨਾ, ਇਹਨਾਂ ਸਾਰਿਆਂ ਦੇ ਆਪਣੇ ਆਪਣੇ ਸਰਵਰ ਵਿੰਡੋ ਵੀ ਹੈਗੀਆਂ। ਜਿੱਦਾਂ ਵਿੰਡੋ 7 ਆਈ ਹੈ ਜਾਂ ਵਿੰਡੋ 8 ਆਈ ਹੈ, ਇਹਦੇ ਨਾਲ ਨਾਲ ਇਹਦੇ ਸਰਵਰ ਦੇ ਵਰਜ਼ਨਸ ਵੀ ਆਏ ਆ, ਠੀਕ ਹੈ। ਜਿਹੜੀ ਵੀ ਵਿੰਡੋ ਤੁਹਾਨੂੰ ਵਧੀਆ ਲੱਗਦੀ ਹੈ, ਠੀਕ ਹੈ, ਮਤਲਬ ਤੁਸੀਂ ਕੰਫਰਟੇਬਲ ਹੋ ਉਸ ਵਿੰਡੋ ਦੇ ਵਿੱਚ, ਉਹਦਾ ਸਰਵਰ ਵਾਲਾ ਵਰਜ਼ਨ ਤੁਸੀਂ ਕਰ ਲਓ, ਡਾਊਨਲੋਡ ਕਰ ਲਓ, ਠੀਕ ਹੈ। ਤੇ ਉਹ ਵਾਲਾ ਆਪਰੇਟਿੰਗ ਸਿਸਟਮ ਤੁਸੀਂ ਆਪਣੇ ਸਿਸਟਮ ਤੇ ਚਲਾ ਸਕਦੇ ਹੋ। ਸੇਮ ਆਪਰੇਟਿੰਗ ਸਿਸਟਮ ਸੇਮ ਕੰਮ ਕਰੇਗਾ, ਬਸ ਉਹਦੇ ਜਿਹੜੇ ਫੰਕਸ਼ਨਸ ਹੈ, ਫੀਚਰਸ ਹੈ ਨੈਟਵਰਕਿੰਗ ਦੇ, ਠੀਕ ਹੈ, ਉਹ ਪ੍ਰੋਫੈਸ਼ਨਲ ਫੰਕਸ਼ਨਸ ਹੋਣਗੇ। ਜੀ ਜੀ ਸਰ ਜਿਸ ਤਰ੍ਹਾਂ ਕਿ ਮਾਈਕਰੋਸੌਫਟ ਨੇ ਵਿੰਡੋਜ਼ 7 ਦੀ ਅਪਡੇਟ ਆਫੀਸ਼ੀਅਲੀ ਬੰਦ ਕਰ ਦਿੱਤੀ ਹੋਈ ਹੈ, ਤੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸਿਕਿਉਰਿਟੀ ਪਰਪਸ ਦੇ ਅਕੋਰਡਿੰਗ ਵਿੰਡੋਜ਼ 7 ਯੂਜ਼ ਕਰਨੀ ਚਾਹੀਦੀ ਆ ਹੁਣ ਕਿ ਨਹੀਂ, ਕਿਉਂਕਿ ਉਹਦੀ ਆਫੀਸ਼ੀਅਲ ਅਪਡੇਟ ਵੀ ਬੰਦ ਕਰਤੀ ਹੋਈ ਮਾਈਕਰੋਸੌਫਟ ਨੇ। ਹਾਂਜੀ ਤੇ ਜਿਸ ਦੇਖੋ ਤਰ੍ਹਾਂ ਉਹਨਾਂ ਨੇ ਜਿਹੜਾ ਹਾਂਜੀ ਹਾਂਜੀ ਆਫੀਸ਼ੀਅਲੀ, ਹਾਂ ਹਾਂ ਬੋਲੋ। ਜਿੱਦਾਂ ਮੰਨ ਲਓ ਤੁਸੀਂ ਵਿੰਡੋ 8 ਖਰੀਦੀ ਹੈ ਨਾ, ਪੇਡ ਹੈ ਅਗਰ, ਠੀਕ ਹੈ, ਫਿਰ ਤੁਹਾਨੂੰ ਅਪਡੇਟ ਮਿਲ ਜਾਂਦਾ 10 ਦਾ, ਨਹੀਂ ਤਾਂ ਤੁਹਾਨੂੰ ਖਰੀਦਣੀ ਪਏਗੀ 10 ਵੀ, ਜਾਂ ਓਰੀਜਨਲ ਵਿੰਡੋ ਤੁਹਾਨੂੰ ਹਮੇਸ਼ਾ ਖਰੀਦਣੀ ਪਏਗੀ, ਫ੍ਰੀ ਨਹੀਂ ਹੈ। ਨਹੀਂ ਸਰ, ਐਕਚੁਅਲੀ ਮੈਂ ਨਾ ਇਸ ਤਰ੍ਹਾਂ ਕਹਿ ਰਿਹਾ ਕਿ ਜਿਹੜੀ ਵਿੰਡੋ 7 ਦੀ ਮਾਈਕਰੋਸੌਫਟ ਵੱਲੋਂ ਉਹਦੀ ਅਪਡੇਟ ਹੀ ਬੰਦ ਹੋ ਗਈ ਹੋਈ ਹੈ, ਜਿਹੜੀ ਵਿੰਡੋਜ਼ ਦੇ ਵਿੱਚ ਆਉਂਦੀ ਹੈ, ਤੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇੰਸਟਾਲ ਕਰਦੇ ਆ, ਇੰਸਟਾਲ ਕਰਨ ਤੋਂ ਬਾਅਦ ਅਪਡੇਟ ਦਾ ਆਪਸ਼ਨ ਆਉਂਦਾ ਨਾ, ਉੱਥੇ ਲਿਖ ਕੇ ਆ ਜਾਂਦਾ ਵੀ ਜਿਹੜੀ ਇਹਦੀ ਅਪਡੇਟ ਹੈ ਨਾ ਉਹ ਕੰਪਲੀਟ ਹੋ ਚੁੱਕੀ ਹੈ, ਤੋਂ ਅੱਗੇ ਕੋਈ ਅਪਡੇਟ ਨਹੀਂ ਆਣੀ, ਤੁਸੀਂ ਨਵੀਂ ਵਿੰਡੋ ਜਿਹੜਾ ਨਵਾਂ ਵਰਜ਼ਨ ਹੈ ਉਹ ਡਾਊਨਲੋਡ ਕਰਕੇ ਤੁਸੀਂ ਉਹਨੂੰ ਇੰਸਟਾਲ ਕਰ ਸਕਦੇ ਆ। ਉਸ ਬਾਰੇ ਗੱਲ ਕਰ ਰਹੇ ਸੀ। ਜਦੋਂ ਵਰਜ਼ਨ ਜਦੋਂ ਆਉਂਦਾ, ਹਾਂਜੀ ਪ੍ਰੌਮਪਟ ਆਉਂਦਾ ਸਰ ਉੱਥੇ ਇੱਕ ਡਿਸਪਲੇ ਤੇ ਨਾ ਇੱਕ ਵੱਡਾ ਪ੍ਰੌਮਪਟ ਆਉਂਦਾ ਵਿੰਡੋ 7 ਦਾ, ਜਿਹਦੇ ਵਿੱਚ ਲਿਖਿਆ ਹੁੰਦਾ ਕਿ ਇਹਦੀ ਅਪਡੇਟਸ ਜਿਹੜੀਆਂ ਆਫੀਸ਼ੀਅਲੀ ਬੰਦ ਹੋ ਗਈਆਂ ਨੇ, ਹੁਣ ਤੁਸੀਂ ਵਿੰਡੋ 8 ਜਾਂ ਵਿੰਡੋ 10 ਇੰਸਟਾਲ ਕਰ ਸਕਦੇ ਆ। ਹਾਂ 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 ਬਿਲਕੁਲ, ਜਿੱਦਾਂ ਤੁਹਾਨੂੰ ਦੱਸਿਆ ਸੀਗਾ ਕਿ 98 ਜਿੱਦਾਂ ਵਿੰਡੋ ਹੈ, 2006 ਚ ਉਹਨਾਂ ਨੇ ਆਪਣਾ ਅਪਡੇਸ਼ਨ ਬੰਦ ਕਰਤਾ, ਠੀਕ ਹੈ, ਉਹਦੀ ਸਪੋਰਟ ਵੀ ਬੰਦ ਕਰਤੀ ਕਿ 98 ਨੂੰ ਆਪਾਂ ਹੁਣ ਨਹੀਂ ਉਹਦੀ ਕੋਈ ਹੈਲਪ ਲੈ ਸਕਦੇ। ਉਦਾਂ ਹੀ ਫਿਰ ਕਈ ਵਿੰਡੋਜ਼ ਜਿੱਦਾਂ ਜਦੋਂ ਅਨਪਪੂਲਰ ਹੋ ਜਾਂਦੀਆਂ, ਮਤਲਬ ਮੰਨ ਲਓ 10 ਜ਼ਿਆਦਾ ਚੱਲਣ ਲੱਗ ਪਈ, ਹੌਲੀ ਹੌਲੀ ਉਹਨਾਂ ਨੇ ਕੀ ਕਰਨਾ ਕਿ 8 ਨੂੰ ਵੀ ਓਬਸਲੀਟ ਕਰ ਦੇਣਾ ਹੌਲੀ ਹੌਲੀ, ਫਿਰ ਉਹਦੇ ਅਪਡੇਟਡ ਵਰਜ਼ਨ ਜਾਂ ਉਹਦੀ ਸਪੋਰਟਸ ਨਹੀਂ ਆਣੀਆਂ, ਠੀਕ ਹੈ ਨਾ। ਤੇ ਉਹ ਫਿਰ ਨਵੀਂ ਵਿੰਡੋ ਆਬਵੀਅਸਲੀ ਸਾਨੂੰ ਕਰਨੀ ਪਏਗੀ, ਉਹਦਾ ਨਵਾਂ ਵਰਜ਼ਨ ਲੈਣਾ ਪਏਗਾ। ਤੇ ਸਰ ਜਿੱਦਾਂ ਕੋਈ ਅਸੀਂ ਜੇ ਉਹੀ ਵਿੰਡੋ ਯੂਜ਼ ਕਰਦੇ ਆ ਤੇ ਇਹਦੇ ਵਿੱਚ ਸਿਕਿਉਰਿਟੀ ਪਰਪਸ, ਸਿਕਿਉਰਿਟੀ ਰੀਜ਼ਨਸ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਸਾਨੂੰ ਕੋਈ? ਜੇ ਵਿੰਡੋ 7 ਹੀ ਹੋ ਯੂਜ਼ ਸਕਦੀ ਕਰਦੇ ਆ ਹੈ ਉਦੋਂ ਤੱਕ, ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ, ਉਦੋਂ ਤੱਕ ਨਹੀਂ ਹੋਣੀ ਜਦੋਂ ਤੱਕ ਉਹਦਾ ਸਪੋਰਟ ਸਿਸਟਮ ਕੰਮ ਕਰਦਾ ਪਿਆ ਜੀ, ਠੀਕ ਹੈ। ਇਹ ਤੁਹਾਨੂੰ ਨੈਟ ਤੋਂ ਤੁਸੀਂ ਸਰਚ ਕਰ ਸਕਦੇ ਹੋ ਕਿ ਸਾਡੀ ਜਿਹੜੀ ਵਿੰਡੋ ਆਪਾਂ ਯੂਜ਼ ਕਰ ਰਹੇ ਹਾਂ ਉਹਦਾ ਸਪੋਰਟ ਸਿਸਟਮ ਕੰਮ ਕਰ ਰਿਹਾ, ਠੀਕ ਹੈ। ਇਹਨੂੰ ਤੁਸੀਂ ਅਪਡੇਟ ਰਹਿਣਾ, ਤੁਸੀਂ ਦੇਖਦੇ ਰਹਿਣਾ ਇਹ ਚੀਜ਼ ਨੂੰ। ਹਾਂਜੀ ਠੀਕ ਹੈ ਓਕੇ। ਜਿਸ ਤਰ੍ਹਾਂ ਸਰ ਤੁਸੀਂ ਲਾਸਟ ਸਲਾਈਡ ਵਿੱਚ ਦੱਸਿਆ ਵਿੰਡੋ 10 ਦੀ ਅਪਡੇਟ ਆ, ਉਹਨੂੰ ਅਸੀਂ ਪਰਮਾਨੈਂਟ ਬੰਦ ਕਰ ਸਕਦੇ ਹਾਂ ਜਾਂ ਨਹੀਂ? ਕਿਉਂਕਿ ਮੈਂ ਜਿੰਨੀ ਵਾਰ ਵੀ ਆਪਣੇ ਪੀਸੀ ਵਿੱਚ ਉਹਦੀ ਅਪਡੇਟ ਬੰਦ ਕਰਦਾ ਹਾਂ, ਤੇ ਜਦੋਂ ਪੀਸੀ ਰੀਸਟਾਰਟ ਕਰਦਾ ਹੈ ਤੇ ਉਹ ਅਪਡੇਟ ਫਿਰ ਆਟੋਮੈਟਿਕ ਸਟਾਰਟ ਹੋ ਜਾਂਦੀ ਹੈ, ਕਿ ਉਹ ਵਿਦਆਊਟ ਇਨਫੋਰਮ ਕੀਤੇ ਹੀ ਉਹਦੀ ਅਪਡੇਟ ਸਟਾਰਟ ਹੋ ਜਾਂਦੀ ਹੈ। ਇਹ ਚੀਜ਼ ਥੋੜੀ ਜੀ ਮਤਲਬ ਡਿਸਐਡਵਾਂਟੇਜ ਹੈਗੀ ਹੈ, ਪਰ ਆਈ ਥਿੰਕ ਮੈਂ ਦੇਖਿਆ ਨਹੀਂ,
ਠੀਕ ਹੈ, ਤੁਸੀਂ ਮੇਰਾ ਫੋਨ ਨੰਬਰ ਇੱਧਰ ਨੋਟ ਕਰ ਲਓ, ਮੈਂ ਚੈੱਕ ਕਰਕੇ ਤੇ ਦੇਖਾਂਗਾ ਇਸ ਚੀਜ਼ ਨੂੰ ਜ਼ਰੂਰ। ਠੀਕ ਹੈ, ਹਾਂਜੀ ਸਰ, ਕਿ ਅਪਡੇਟ ਨੂੰ ਆਪਾਂ ਬੰਦ ਕਰ ਸਕਦੇ ਹਾਂ ਕੰਪਲੀਟਲੀ ਜਾਂ ਨਹੀਂ ਕਰ ਸਕਦੇ। ਠੀਕ ਹੈ, ਹਾਂਜੀ ਠੀਕ ਹੈ ਸਰ। ਹਾਂਜੀ ਜੀ ਜੀ ਜੀ। सर ਹਾਂਜੀ सर मतलब कि ज्यादा बोलो पॉपुलर बोलो विंडो 10 है। जी जी लेटेस्ट है। ओके सर, थैंक यू। हाँ लेटेस्ट ਜਿਹੜੀ ਹੈ ਵਿੰਡੋ 10 ਹੈ, Sir, ਪਪੂਲਰ ਹੈ। ਇਹਦੇ ਸਾਰੇ ਜਿੱਦਾਂ 7 ਤੇ 8 ਦੇ, ਠੀਕ ਹੈ, ਤੇ 8.1 ਦੇ ਤਿੰਨਾਂ ਦੇ ਫੀਚਰ 10 ਦੇ ਵਿੱਚ ਹੈਗੇ ਆ। ओके सर, थैंक यू। ਜੀ ਜੀ सर ऑपरेटिंग ਓਕੇ। सिस्टम समझाया है ਤੁਸੀਂ। ਹੈਲੋ ਹਾਂਜੀ ਜੀ ਬੋਲੋ। ਹਾਂਜੀ ਸਰ, ਆਪਰੇਟਿੰਗ ਸਿਸਟਮ ਬਾਰੇ ਕੀ ਸਮਝਾਇਆ ਹੈ ਤੁਸੀਂ? ਬੇਟਾ ਆਪਰੇਟਿੰਗ ਸਿਸਟਮ ਇੱਕ ਪੂਰਾ ਲੈਕਚਰ ਆ ਉਹਦਾ, ਠੀਕ ਹੈ। ਉਹ ਤਾਂ ਮੈਂ ਤੁਹਾਨੂੰ ਦੱਸਤਾ ਕਿ YouTube ਤੋਂ ਤੁਸੀਂ ਪੰਜਾਬੀ ਚੈਨਲ ਜਿਹੜਾ ਨਿੰਮੀ ਦਾ ਹੈਗਾ ਉਹਦੇ ਤੇ ਜਾ ਕੇ ਪੂਰਾ ਲੈਕਚਰ ਦੇਖੋ। ਉਹਦੇ ਵਿੱਚ ਤੁਹਾਡੀ ਪੂਰੀਆਂ ਗੱਲਾਂ ਕਲੀਅਰ ਹੋ ਜਾਣੀਆਂ ਕਿ ਆਪਰੇਟਿੰਗ ਸਿਸਟਮ ਕੀ ਹੈਗਾ, ਬੇਸਿਕ ਕੀ ਹੈ ਉਹਦਾ, ਔਰ ਕਿਹੜੇ ਕਿਹੜੇ ਟਾਈਪਸ ਦੇ ਆਪਰੇਟਿੰਗ ਸਿਸਟਮ ਹੈ, ਔਰ ਆਪਰੇਟਿੰਗ ਸਿਸਟਮ ਦੇ ਫੰਕਸ਼ਨ ਕੀ ਹੈ, ਕੰਮ ਕੀ ਹੈਗੇ ਆ। ਮੈਮੋਰੀ ਨੂੰ ਮੈਨੇਜ ਕਰਨਾ, ਡਿਵਾਈਸ ਨੂੰ ਮੈਨੇਜ ਕਰਨਾ, ਠੀਕ ਹੈ, ਫਾਈਲ ਮੈਨੇਜ ਕਰਨਾ, ਤੁਹਾਡਾ ਪੂਰਾ ਸਿਸਟਮ, ਪੂਰਾ ਕੰਪਿਊਟਰ ਨੂੰ ਉਹਨੇ ਮੈਨੇਜ ਕਰਨਾ। ਬਸ ਇਹਦਾ ਕੰਮ ਹੈ ਮੈਨੇਜਮੈਂਟ ਕਰਨਾ, ਠੀਕ ਹੈ, ਆਪਰੇਟਿੰਗ ਸਿਸਟਮ ਦਾ। ਬਾਕੀ ਡੀਪਲੀ ਤੁਸੀਂ ਉਹ ਲੈਕਚਰ ਨੂੰ ਠੀਕ ਹੈ ਹੋਰ ਸਰ। ਸਰ ਅੱਜਕੱਲ ਦੋ ਆਪਰੇਟਿੰਗ ਸਿਸਟਮ ਹਾਂਜੀ ਬਹੁਤ ਸੁਣਨ ਨੂੰ ਮਿਲ ਰਹੇ, ਜਿਵੇਂ ਕਿ ਲਿਨਕਸ ਤੇ ਯੂਬੰਟੂ। ਹਾਂ 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 ਬਿਲਕੁਲ ਸਰ ਇਹਦੇ ਵਿੱਚ ਸਰ ਦੋਨਾਂ ਦੇ ਹੈਗੇ ਵਿੱਚ ਸਰ ਥੋੜਾ ਜਿਹਾ ਦੱਸ ਪਾਓ ਸਰ, ਕੀ ਸਰ ਦੋਨਾਂ ਦੇ ਵਿੱਚ ਡਿਫਰੈਂਸ ਜਾਂ ਕੁਝ ਫੀਚਰਸ ਵਗੈਰਾ? ਦੇਖੋ ਜਿਹੜਾ ਯੂਬੰਤੂ ਹੈ ਇਹ ਲਾਈਨੈਕਸ ਦਾ ਹੀ ਅਪਡੇਟਡ ਵਰਜ਼ਨ ਹੈ। ਹਾਂਜੀ ਸਰ। ਠੀਕ ਹੈ, ਸਭ ਤੋਂ ਪਹਿਲੇ ਤੇ ਜਿਹੜਾ ਹੀ ਜਿੱਦਾਂ ਡੋਸ ਹੈ ਨਾ, ਤਾਂ ਡਿਸਕ ਆਪਰੇਟਿੰਗ ਸਿਸਟਮ, ਠੀਕ ਹੈ, ਉਹ ਕੀ ਹੈ, ਕਮਾਂਡ ਲਾਈਨ ਇੰਟਰਫੇਸ ਹੈ। ਉਦਾਂ ਹੀ ਉਹਦੇ ਬਾਅਦ ਜਿਹੜਾ ਯੂਨਿਕਸ ਦਾ ਨਾਮ ਸੁਣਿਆ? ਹਾਂਜੀ ਸਰ। ਹਾਂ, ਯੂਨਿਕਸ ਵੀ ਜਿਹੜਾ ਕਮਾਂਡ ਲਾਈਨ ਇੰਟਰਫੇਸ ਹੈ। ਹੁਣ ਕਮਾਂਡ ਲਾਈਨ ਇੰਟਰਫੇਸ ਯੂਨਿਕਸ ਜਿਹੜਾ, ਉਹਨੂੰ ਵਧੀਆ ਮਤਲਬ ਗ੍ਰਾਫਿਕਲੀ ਬਣਾਉਣ ਦੇ ਲਈ ਲਾਈਨੈਕਸ ਆਇਆ, ਠੀਕ ਹੈ, ਜਿਹਨੂੰ ਰੈਡ ਹੈਟ ਵੀ ਆਪਾਂ ਕਹਿੰਦੇ ਹਾਂ। ਹਾਂਜੀ ਸਰ। ਠੀਕ ਹੈ, ਲਾਈਨੈਕਸ ਜਿਹੜਾ ਉਹ ਕੀ ਹੈ, ਗ੍ਰਾਫਿਕਲ ਹੈ। ਸੋ ਲਾਈਨੈਕਸ ਦਾ ਹੀ ਇੱਕ ਅਪਡੇਟਡ ਵਰਜ਼ਨ। ਇੱਕ ਉਹਦੇ ਬਾਅਦ ਮੈਂ ਇੱਕ ਹੋਰ ਗੱਲ ਦੱਸਦਾ, ਜਿੱਦਾਂ ਲਾਈਨੈਕਸ ਵਗੈਰਾ ਹੋ ਗਿਆ, ਯੂਬੰਤੂ ਦੀ ਤੁਸੀਂ ਗੱਲ ਕੀਤੀ ਹੈ, ਇਹ ਓਪਨ ਸੋਰਸ ਆਪਰੇਟਿੰਗ ਸਿਸਟਮ ਹੈ। ਇਹਦੇ ਵਿੱਚ ਤੁਸੀਂ ਚੇਂਜ ਕਰਕੇ ਜਾਂ ਕੋਡਿੰਗ ਵਿੱਚ ਚੇਂਜ ਕਰਕੇ ਤੁਸੀਂ ਆਪਣਾ ਵੀ ਇੱਕ ਸਿਸਟਮ ਤਿਆਰ ਕਰ ਸਕਦੇ ਹੋ, ਔਰ ਨਾਲੇ ਇਹਨੂੰ ਤੁਸੀਂ ਫ੍ਰੀਲੀ ਤੁਸੀਂ ਡਾਊਨਲੋਡ ਕਰ ਸਕਦੇ ਹੋ, ਫ੍ਰੀਲੀ। ਹਾਂਜੀ ਸਰ। ਠੀਕ ਹੈ, ਔਰ ਚੇਂਜ ਸਰ ਕੁਝ ਵਿੰਡੋ ਨਹੀਂ ਹੈ, 7 ਤੋਂ ਬਸ ਪਹਿਲਾਂ ਇਹਦਾ ਕੀ ਕੁਝ ਸਮਝਾ ਰਹੇ ਸੀ ਤੁਸੀਂ? ਨਵਾਂ ਵਰਜ਼ਨ। ਹਾਂਜੀ ਬੋਲੋ। ਵਿੰਡੋ ਸਰ 7 ਵਿੰਡੋ 7 ਤੋਂ ਪਹਿਲਾਂ ਕੀ ਸਮਝਾ ਰਹੇ ਸੀ ਤੁਸੀਂ? ਹਾਂਜੀ ਸਰ, ਉਸ ਤੋਂ ਪਹਿਲਾਂ ਕੀ ਸਮਝਾ ਰਹੇ ਸੀ? ਇੱਕ ਮਿੰਟ। ਵਿੰਡੋ 7 ਤੋਂ ਪਹਿਲੇ ਵਿੰਡੋ ਵਿਸਤਾ ਸਮਝਾਇਆ ਤੁਹਾਨੂੰ ਮੈਂ। ਇਹ ਦੇਖੀ ਤੁਸੀਂ ਸਲਾਈਡ? ਸਰ ਥੋੜਾ ਐਕਸਪਲੇਨ ਕਰ ਦੋਗੇ ਇਹਨੂੰ? ਹਾਂ ਇਹ ਦੇਖਦੇ ਪਿਓ ਸਲਾਈਡ ਨੂੰ? ਸਰ ਆ ਨਹੀਂ ਰਹੀ। ਨਹੀਂ ਡਿਸਪਲੇ ਨਹੀਂ ਸਰ ਹੋ ਰਹੀ? ਨੈਟਵਰਕ ਹੋ ਰਹੀ ਹੈ ਸਰ, ਨਹੀਂ ਡਿਸਪਲੇ ਤਾਂ ਹੋ ਰਹੀ ਹੈ। ਹਾਂ ਸਰ ਤੁਹਾਡੀ ਮੇਰੇ ਬੇਟਾ ਨਾਲ ਨੈਟਵਰਕ ਨੈਟਵਰਕ ਪ੍ਰੋਬਲਮ ਹੈ ਨਾ, ਪ੍ਰੋਬਲਮ। ਫਿਰ ਨੈਟਵਰਕ ਪ੍ਰੋਬਲਮ ਹੈ ਤੁਹਾਡੀ। ਹਾਂ ਠੀਕ ਹੈ, ਵਿੰਡੋ ਵਿਸਤਾ ਮੈਂ ਸਰ ਤੁਹਾਨੂੰ ਇੱਕ ਵਾਰੀ ਸਮਝਾਈ ਦੁਬਾਰਾ ਸੀ। ਇਹਦੇ ਵਿੱਚ ਐਕਸਪਲੇਨ ਨਾ ਕਰ ਇਹ ਦੋਗੇ? ਹਾਂ ਮੈਂ ਦੱਸ ਦਿੰਦਾ। ਵਿੰਡੋ XP ਤੋਂ ਬਾਅਦ ਜਿਹੜਾ ਵਰਜ਼ਨ ਆਇਆ ਨਾ, ਉਹ ਵਿੰਡੋ ਵਿਸਤਾ ਸੀ, ਨਾਮ ਹੈ ਉਹਦਾ ਵਿਸਤਾ। ਠੀਕ ਹੈ, ਉਹ ਬਲਕਿ XP ਦਾ ਹੀ ਅਪਗ੍ਰੇਡਡ ਵਰਜ਼ਨ ਸੀਗਾ। ਜੋ ਵੀ ਕੰਮ ਆਪਾਂ XP ਦੇ ਵਿੱਚ ਕਰਦੇ ਸੀਗੇ, ਜਿੱਦਾਂ ਕਿ ਗ੍ਰਾਫਿਕਲੀ ਅੱਛਾ ਸੀ, ਸਾਊਂਡ ਸੀਗਾ ਉਹ, ਠੀਕ ਹੈ। ਸੋ ਵਿਸਤਾ ਵਿੱਚ ਵੀ ਉਹ ਚੀਜ਼ਾਂ ਸਾਰੀਆਂ ਐਜ਼ ਇਟ ਇਜ਼ ਸੀਗੀਆਂ, ਠੀਕ ਹੈ। ਉਹਦੇ ਬਾਅਦ ਕਹਿੰਦਾ ਕਿ ਕੁਝ ਨਵੇਂ ਫੀਚਰ ਇਹਦੇ ਵਿੱਚ ਐਡ ਹੋਏ, ਜਿਵੇਂ ਕਿ ਸਿਕਿਉਰਿਟੀ ਫੀਚਰਸ, ਠੀਕ ਹੈ। ਜਿੱਦਾਂ ਕਿ ਕੋਈ ਫਾਇਰਵਾਲ ਨੂੰ ਤੁਸੀਂ ਫਾਇਰਵਾਲ ਨੂੰ ਓਪਨ ਕਰਨਾ, ਔਨ ਕਰਨਾ, ਜਾਂ ਉਹਨੂੰ ਕਲੋਜ਼ ਕਰਨਾ, ਠੀਕ ਹੈ, ਜਾਂ ਫਿਰ ਤੁਸੀਂ ਕੋਈ ਯੂਜ਼ਰ ਦੀ ਅਥੈਂਟੀਕੇਸ਼ਨ ਨੂੰ ਬੰਦ ਕਰਨਾ, ਜਾਂ ਰੀਡ ਪ੍ਰੋਪਰਟੀ ਟਿਕ ਕਰਨੀ ਹੈ, ਜਾਂ ਰਾਈਟ ਪ੍ਰੋਪਰਟੀ ਟਿਕ ਕਰਨੀ ਹੈ। ਉਹ ਕੁਝ ਨਵੇਂ ਫੀਚਰ ਇਹਦੇ ਵਿੱਚ ਐਡ ਹੋਏ ਆ ਵਿਸਤਾ ਦੇ ਵਿੱਚ, ਠੀਕ ਹੈ। ਤੇ ਜਿਨ੍ਹਾਂ ਨੂੰ ਸਿਕਿਉਰਿਟੀ ਫੀਚਰ ਚਾਹੀਦੇ ਆ, ਉਹ ਵਿੰਡੋ ਵਿਸਤਾ ਯੂਜ਼ ਕਰ ਸਕਦੇ ਆ, ਠੀਕ ਹੈ। ਉਹਦੇ ਬਾਅਦ ਅੱਗੇ ਮੈਂ ਚੱਲ ਗਿਆ ਸੀ ਵਿੰਡੋ 7 ਦੇ ਵਿੱਚ, ਠੀਕ ਹੈ। ਵਿੰਡੋ 7 ਤੁਸੀਂ ਸੁਣੀ ਹੈ ਫਿਰ ਅੱਗੇ? ਹਾਂਜੀ ਸਰ।
हाँ थैंक यू सर। जी जी वेलकम। और कोई क्वेरी या फिर क्लास ऑफ करिए। बहुत ਵਧੀਆ सर, बहुत ਵਧੀਆ ਲੈਕਚਰ ਹੈ, बहुत ਵਧੀਆ ਤੁਸੀਂ ਕੁਐਰੀ ਹਰ ਜਵਾਬ ਦਿੱਤਾ। ਮੈਂ थैंक यू ਬਾਹਰ सर, ਬੋਲਦਾ ਜੀ। धन्यवाद ਤੇ सर। ਬਹੁਤ ਵਧੀਆ ਲੈਕਚਰ ਜੀ। जी जी ਮੈਂ ਦੱਸਣਾ ਅੱਗੇ ਵੀ ਦੱਸਿਆ ਸੀਗਾ ਵੀ ਤੁਸੀਂ ਕੱਲ ਹੀ ਤੁਹਾਨੂੰ ਫੋਨ ਕੀਤਾ ਸੀਗਾ ਤੇ ਤੁਸੀਂ ਇੱਕ ਦਿਨ ਦੇ ਵਿੱਚ ਵਧੀਆ ਲੈਕਚਰ ਜੋ ਅੱਜ ਦੇ ਯੁੱਗ ਦੀ ਲੋੜ ਆ ਉਹਦੇ ਬਾਰੇ ਵਿੰਡੋਜ਼ ਬਾਰੇ ਦੱਸਿਆ। ਸੋ ਬਹੁਤ ਬਹੁਤ ਥੈਂਕਸ ਸਰ। ਮੇਰੇ ਖਿਆਲ ਹੁਣ ਕਿਸੇ ਦੀ ਕੁਐਰੀ ਨਹੀਂ ਰਹੀ ਹੋਊਗੀ, ਤੁਸੀਂ ਬਹੁਤ ਵਧੀਆ जी ਸਾਰਿਆਂ ਨੂੰ ਧੰਨਵਾਦ ਸਰ। ਥੈਂਕ ਯੂ जी 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 थैंक यू हाँ जी रंजीत सर थैंक यू।